ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ तमाम ਸਰੋਤਿਆਂ ਮੇਰੇ ਵੱਲੋਂ ਸਰਦਾਰ ਬਖਤੌਰ ਸਿੰਘ ਢਿੱਲੋਂ, ਸ਼ਿਵਿੰਦਰ ਜੀ ਅਤੇ ਡਾਕਟਰ ਸ਼ਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ 3 ਮਈ ਸ਼ਾਮ ਦੇ 6:30 ਹੋਏ ਨੇ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਵੱਲੋਂ, ਜਿਹੜੇ ਲੋਕਲ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੇ ਨੇ। ਲੋਕਲ ਜੋਬ ਦਿੰਦੇ ਨੇ ਜੀ। ਡਿਸਪੈਚ ਪੰਜਾਬੀ ਅਤੇ ਇੰਗਲਿਸ਼ 'ਚ ਕੀਤਾ ਜਾਂਦਾ ਹੈ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060, ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਅਕਾਲ ਟਰੱਕ ਐਂਡ ਟ੍ਰੇਲਰ ਜੋ ਆਪਣੀ ਨਵੀਂ ਲੋਕੇਸ਼ਨ 82 ਰੇਨਮ ਡਰਾਈਵ ਫਾਰਮਰਸ ਰੋਡ ਵਿਨੀਪੈਗ ਤੇ ਸ਼ਿਫਟ ਹੋ ਗਏ ਨੇ। ਇੱਥੇ ਤੁਹਾਨੂੰ ਹੁਣ ਸੈਮੀਜ਼ ਦੇ ਲਈ ਪਾਰਕਿੰਗ, ਕੁਇਕ ਟਰੱਕ ਲੀਵ ਦੇ ਨਾਲ ਵਾਸ਼ ਦੀ ਸਹੂਲਤ ਵੀ ਉਪਲਬਧ ਹੈ। ਇਸ ਤੋਂ ਪਹਿਲਾਂ ਤੁਹਾਨੂੰ ਵਿੰਡ ਸਕਰੀਨ ਰਾਹ ਜਾਂਦਿਆਂ ਕਿਤੇ ਟੁੱਟ ਜਾਂਦੀ ਸੀ, ਉਹਦੇ ਲਈ ਚੇਂਜ ਤੁਰੰਤ ਕੀਤਾ ਜਾਂਦਾ। ਬ੍ਰੇਕ, ਡਿਫਰੈਂਸ਼ੀਅਲ, ਕਲੱਚ, ਇੰਜਨ ਰੀਬਿਲਟ, DOT ਸੇਫਟੀ ਕੀਤੀ ਜਾਂਦੀ ਹੈ। ਬਲਤੇਜ ਪਨੇਸਰ ਹੋਰਾਂ ਨਾਲ 2044592000 ਤੇ ਕਾਲ ਕਰ ਸਕਦੇ ਹੋ। ਬੇਕਰਸਵੀਲ ਏਰੀਆ ਵਿੱਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਆਪਣੇ ਘਰਾਂ 'ਚ ਵਪਾਰਕ ਸਥਾਨਾਂ ਤੇ ਛੱਤਾਂ ਤੇ ਸੋਲਰ ਸਿਸਟਮ ਲਵਾਓ। ਜਤਿੰਦਰ ਤੂਰ ਹੋਰਾਂ ਨਾਲ 6617541722 ਤੇ ਕਾਲ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਸ਼ਿਵਿੰਦਰ ਜੀ ਨਾਲ ਆਪਾਂ ਅੱਗੇ ਗੱਲਬਾਤ ਤੋਰੀਏ, ਤੁਹਾਨੂੰ ਦੱਸ ਦਈਏ ਕਿ ਤੁਹਾਡੀਆਂ ਕਾਲਸ ਲਈਆਂ ਜਾਣਗੀਆਂ ਜੀ 9216410666, 9814910666 ਦੇ ਉੱਤੇ। ਸੋ ਇਹਨਾਂ ਨੰਬਰਾਂ 'ਤੇ ਤੁਸੀਂ ਕਾਲਸ ਕਰ ਸਕਦੇ ਹੋ। ਵਟਸਐਪ ਕਾਲ ਨਹੀਂ ਲੈ ਸਕਾਂਗੇ ਕਿਉਂਕਿ ਲਾਈਨ ਸਾਡੇ ਕੋਲ ਉਨੀਆਂ ਹੀ ਉਪਲਬਧ ਨੇ। ਕੁਛ ਵਪਾਰਕ ਸੁਨੇਹੇ ਅਤੇ ਫਿਰ ਸ਼ਿਵਿੰਦਰ ਜੀ ਨਾਲ ਅੱਗੇ ਰਾਬਤਾ ਕਾਇਮ ਕਰਦੇ ਆ ਜੀ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. ਜੀ
JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸ਼ਿਵਿੰਦਰ ਜੀ ਇਸ ਵਕਤ ਜੁੜ ਗਏ ਨੇ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ। ਸ਼ਿਵਿੰਦਰ ਜੀ ਕਹਿੰਦੇ ਵੀ ਬੰਗਾਲ ਵਾਲਿਆਂ ਨੂੰ ਇੰਨਾ ਚਾਅ ਹੋਵੇ ਨਾ ਹੋਵੇ, ਪੰਜਾਬੀਆਂ ਦੇ ਚਾਅ ਨਾਲ ਫੇਸਬੁੱਕ ਭਰਿਆ ਪਿਆ ਜੀ। ਪ੍ਰਧਾਨ ਮੰਤਰੀ ਬਹੁਤ ਟਰੋਲ ਹੋ ਰਹੇ ਨੇ, ਪਰ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਬੰਗਾਲ ਤੇ ਹੋਰ ਸੂਬਿਆਂ ਦੇ ਇਲੈਕਸ਼ਨਸ ਦੀ। ਇਸ ਨੂੰ ਤੁਸੀਂ ਭਾਰਤੀ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿਹੜੇ 4 ਸੂਬੇ ਸੀਗੇ ਤੇ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਸੀ, ਇਹਦੀ ਨਤੀਜੇ ਸਾਡੇ ਸਾਹਮਣੇ ਨੇ। ਇਹਦੇ ਵਿੱਚੋਂ ਬੰਗਾਲ ਸਭ ਤੋਂ ਵੱਧ ਸੀਟਾਂ ਸੀਗੀਆਂ। ਜੇ ਆਪਾਂ ਦੇਖੀਏ ਇਹਨਾਂ 4-5 ਦੇ ਵਿੱਚੋਂ ਬੰਗਾਲ ਉੱਤੇ ਜ਼ੋਰ ਵੀ ਵੱਧ ਲੱਗਿਆ ਹੋਇਆ ਸੀ ਭਾਜਪਾ ਦਾ, ਕਿਉਂਕਿ 8 ਗੇੜ ਸੀ ਇਹਦੇ। 8 ਗੇੜਾਂ ਦੇ ਵਿੱਚ ਉਹਨਾਂ ਨੂੰ ਸੀਗਾ ਵੀ ਕਿਤੇ ਨਾ ਕਿਤੇ ਅਸੀਂ ਜਿੱਤ ਲਾਂਗੇ ਮਾਮਲਾ, ਲੇਕਿਨ ਉਹ ਗੱਲ ਬਣੀ ਨਹੀਂ ਹੈਗੀ। ਮੂੰਹ ਦੀ ਖਾਣੀ ਪਈ ਹੈ। ਸਾਰੇ ਜਿਹੜੇ ਹੈਗੇ ਆ ਧਰੇ ਧੜਾਈ ਵਿਸ਼ਲੇਸ਼ਣ ਰਹਿ ਗਏ ਨੇ। ਇਹਦੇ ਵਿੱਚ ਜੋ ਦਿਲਚਸਪ ਚੀਜ਼ ਸੀ ਕਿ ਸਿਰਫ 75 ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਈ ਬੀਜੇਪੀ, ਤੇ ਜਿਹੜੀ ਕਿ ਦਾਅਵਾ ਕਰਦੀ ਸੀ ਕਿ ਉਹਨੇ ਵੱਡੇ ਮਾਰਜਨ ਨਾਲ ਜਿੱਤਣਾ ਵੀ ਹੈ, ਕਿਉਂਕਿ ਇੱਥੋਂ ਤੱਕ ਕਿ ਬੀਜੇਪੀ ਨੇ ਤਾਂ ਚਲੋ ਕਰਨਾ ਹੀ ਸੀ। ਸਾਡੇ ਵਰਗੇ ਪੱਤਰਕਾਰਾਂ ਦਾ ਵੀ ਇਹ ਕਹਿਣਾ ਸੀਗਾ ਕਿ ਜੇਕਰ ਫੈਸਲਾ ਹੋਇਆ ਤਾਂ 20 ਸੀਟਾਂ ਦਾ ਫੈਸਲਾ ਹੋਊਗਾ, ਕਿਉਂਕਿ ਤੁਹਾਨੂੰ ਯਾਦ ਆ ਮੈਂ ਪਿਛਲੀ ਵਾਰ ਇਹੀ ਗੱਲ ਆਖੀ ਸੀਗੀ ਕਿ ਮੇਰੇ ਜਿਹੜੇ ਦੋਸਤ ਉੱਥੇ ਜਾ ਕੇ ਆਏ ਸੀਗੇ, ਇਹਨਾਂ ਨੇ ਇਹ ਨਤੀਜਿਆਂ ਨੇ ਉਹਨਾਂ ਪੱਤਰਕਾਰਾਂ ਨੂੰ ਵੀ ਜਿਹੜਾ ਗਲਤ ਸਾਬਤ ਕੀਤਾ ਕਿ ਭਾਈ ਤੁਸੀਂ ਸਿਰਫ ਤੇ ਸਿਰਫ ਆਪਦੇ ਕਮਲਿਆਂ 'ਚ ਬੈਠੇ ਬੁੱਧੀਜੀਵੀ ਹੋ। ਲੋਕਾਂ ਨੇ ਜਿਹੜਾ ਫੈਸਲਾ ਕਰਨਾ ਹੁੰਦਾ ਨਾ, ਉਹ ਤਾਂ ਫਿਰ ਲੋਕ ਅਸਲ ਵਿੱਚ ਹੁੰਦੇ ਨੇ ਸਾਰਾ ਕੁਝ। ਦੂਜੀ ਚੀਜ਼, ਇੱਥੇ 77 ਸੀਟਾਂ 75 ਕੁਝ ਥਾਵਾਂ ਤੇ 77, ਕਿਉਂਕਿ ਹਾਲੇ ਵੀ ਕਈ ਥਾਵਾਂ ਤੇ ਇੱਕਾ ਦੁੱਕਾ ਵੋਟਿੰਗ ਚੱਲ ਰਹੀ ਹੈ। 75 ਸੀਟਾਂ ਮੰਨ ਕੇ ਚੱਲੀਏ ਕਿ ਅਸੀਂ ਆ ਰਹੀਆਂ ਨੇ ਬੀਜੇਪੀ ਦੇ ਕੋਲ, ਤੇ TMC ਕੋਲ ਆ ਰਹੀਆਂ ਨੇ 216 ਸੀਟਾਂ ਹੁਣ ਤੱਕ ਜਿਹੜੀਆਂ ਸਾਹਮਣੇ ਆਈਆਂ ਨੇ ਜੀ। ਲੈਫਟ ਦਾ ਸਫਾਇਆ ਹੋ ਚੁੱਕਾ। ਇਹਦੇ ਵਿੱਚ ਮਮਤਾ ਆਪਣੀ ਸੀਟ ਹਾਰੀ ਹੈ ਕਿਉਂਕਿ ਉਹਦੀ ਆਪਣੀ ਪੱਕੀ ਸੀਟ ਆਪਣੀ ਨਹੀਂ ਸੀ, ਉਹਨੇ ਆਪਣਾ ਹਲਕਾ ਛੱਡ ਕੇ ਗਈ ਸੀ, ਕਿਉਂਕਿ ਸੁਵਿੰਦੂ ਨੇ ਉਹਨੂੰ ਕਿਹਾ ਸੀ ਤੂੰ ਉਧਰ ਤੁਰੀ ਫਿਰਦੀਆਂ ਜੇ ਹਿੰਮਤ ਹੈਗੀ ਆ ਤਾਂ ਮੇਰੇ ਇਲਾਕੇ ਜਾ ਕੇ ਲੜ ਕੇ ਦਿਖਾ। ਤੁਹਾਨੂੰ ਪਤਾ ਸੀ ਮਮਤਾ ਬੈਨਰਜੀ ਥੋੜੀ ਜਿੱਦੀ ਵੀ ਹੈ, ਫਿਰ ਉਹ ਜਿੱਦ ਪਗਾਉਣ ਲਈ ਕੋਈ ਵੀ ਰਿਸਕ ਲੈਣ ਨੂੰ ਤਿਆਰ ਹੋ ਜਾਂਦੀ ਹੈ। ਉਹ ਪੁਰਾਣਾ ਪੌਦਾ ਕਿਰਦਾਰ ਦੇਖਿਆ ਹੋਇਆ, ਫਿਰ ਅਗਲੀ ਆਪਦਾ ਹਲਕਾ ਛੱਡ ਕੇ ਚਲੀ ਗਈ। ਸੁਵਿੰਦੂ ਜਿਹੜਾ ਉਹਦਾ ਮਸਾ 1700 ਵੋਟਾਂ ਦੇ ਫਰਕ ਨਾਲ ਜਿੱਤਿਆ। ਹੁਣ ਸੁਵਿੰਦੂ ਨੂੰ ਚਾਹੀਦਾ, ਉਹਨੇ ਸਹੁੰ ਖਾਦੀ ਸੀ ਕਿ ਜੇ ਮਮਤਾ ਨੂੰ ਮੈਂ 50,000 ਤੋਂ ਘੱਟ ਨਾ ਹਰਾਇਆ ਤਾਂ ਮੈਂ ਰਾਜਨੀਤੀ ਛੱਡ ਦੂੰਗਾ। ਹੁਣ ਉਹ ਰਾਜਨੀਤੀ ਛੱਡੂਗਾ ਕਿ ਨਹੀਂ ਛੱਡੂਗਾ। ਦੂਜੇ ਪਾਸੇ ਪੂਰੀ ਬੀਜੇਪੀ ਦਾ ਕੋੜਮਾ, ਜਿਹਦੇ ਵਿੱਚ ਤੁਸੀਂ ਦੇਖੋ ਕਿ ਭਾਜਪਾ ਦੇ ਜਿਹੜੇ ਹੈਗੇ ਆ ਪ੍ਰਧਾਨ ਮੰਤਰੀ ਦੇ ਦੌਰੇ, ਅਮਿਤ ਸ਼ਾਹ ਦੇ ਦੌਰੇ, ਭਾਜਪਾ ਦੇ ਜਿੰਨੇ ਵੀ ਮੰਤਰੀਆਂ ਸੀ ਉਹਨਾਂ ਦੇ ਦੌਰੇ, MPs ਦੇ ਦੌਰੇ, ਜਿੰਨੇ ਵੀ ਬੀਜੇਪੀ ਦੇ ਸੂਬਿਆਂ ਵਾਲੇ ਮੁੱਖ ਮੰਤਰੀ ਸੀ ਉਹਨਾਂ ਦੇ ਦੌਰੇ, ਲੇਕਿਨ ਪੱਲੇ ਫੇਰ ਵੀ ਕੁਛ ਨਹੀਂ ਪਿਆ ਹੈਗਾ। ਇਹ ਇੱਕ ਬੀਜੇਪੀ ਨੂੰ ਵੱਡੀ ਹਾਰ ਹੈਗੀ ਆ। ਇਹਦੇ ਤੇ ਹਰ ਕੋਈ ਦਾਅਵਾ ਅਲੱਗ-ਅਲੱਗ ਢੰਗ ਨਾਲ ਕਰ ਸਕਦਾ, ਲੇਕਿਨ ਇੱਕ ਚੀਜ਼ ਹੈਗੀ ਆ ਕਿ ਇੱਥੇ ਜਿੱਤ ਹੋਈ ਹੈ ਤੇ ਸਭ ਤੋਂ ਵੱਡੀ ਬਣੀ ਹੈ ਖੱਬੇ ਪੱਖੀਆਂ ਨਾਲ, ਜਿਨ੍ਹਾਂ ਨੇ 35 ਸਾਲ ਰਾਜ ਕੀਤਾ ਤੇ ਸੀਟ ਇੱਕ ਵੀ ਨਹੀਂ ਹੈਗੀ। ਕਈ ਜਗ੍ਹਾ ਤੇ ਇੱਕ ਸੀਟ ਆ ਰਹੀ ਹੈ, ਕਈ ਜਗ੍ਹਾ ਤੇ 0 ਆ ਰਹੀ ਹੈ। ਹਾਲੇ ਅੱਜ ਸ਼ਾਮ ਤੱਕ ਚੰਗੀ ਤਰ੍ਹਾਂ ਫੈਸਲਾ ਹੋ ਜਾਏਗਾ। ਵੈਸੇ ਮੇਰੇ ਖਿਆਲ ਹਾਲ ਦੀ ਘੜੀ ਜਿਹੜੀ ਹੈਗੀ ਉੱਥੇ ਸੀਟ ਹੈ ਨਹੀਂ ਉਹਨਾਂ ਦੇ ਪੱਲੇ ਕੋਈ, ਤੇ ਉਹ ਮਾੜੀ ਗੱਲ ਇਸ ਲਈ ਹੈ ਕਿ ਤੁਸੀਂ ਇੰਨਾ ਲੰਮਾ ਸਮਾਂ ਰਾਜ ਕੀਤਾ ਹੈਗਾ, ਫਿਰ ਵੀ ਕੀ ਕਾਰਨ ਹੈ ਕਿ ਤੁਹਾਡੀ ਆਈਡੀਓਲੋਜੀ ਨੂੰ ਤਾਂ ਸਾਰੇ ਮੰਨਦੇ ਨੇ ਕਿ ਬਹੁਤ ਵਧੀਆ ਹੈਗੀ ਆ, ਫਿਰ ਤੁਹਾਡੇ ਕੋਲ ਜਿਹੜੀ ਨੈਤਿਕਤਾ ਵਾ ਉਹ ਕਿੱਥੇ ਚਲੀ ਗਈ? ਤੁਸੀਂ ਇਹਦਾ ਮਤਲਬ ਨਾ ਤਾਂ ਉਸ ਆਈਡੀਓਲੋਜੀ ਦੇ ਉੱਤੇ ਰਹੇ, ਤੁਹਾਡੀ ਬੇਸਿਕ ਇਮਾਨਦਾਰੀ ਚ ਗੜਬੜ ਰਹੀ, ਤਾਂ ਹੀ ਜਿਹੜਾ ਹੈਗਾ ਲੋਕ ਤੁਹਾਨੂੰ ਛੱਡ ਕੇ ਬੀਜੇਪੀ ਵਰਗੀ ਪਾਰਟੀ ਚਲੇ ਗਏ। ਇਹ ਵੀ ਬੜੀ ਕਮਾਲ ਦੀ ਗੱਲ ਹੈ। ਮਮਤਾ ਨਾਲ ਤਾਂ ਗਈ ਹੋਣਗੇ,
ਇੱਕ ਤਾਂ ਇਹ ਸੂਬਾ ਹੋ ਗਿਆ, ਇੱਥੇ ਕਈ ਤਰ੍ਹਾਂ ਨੇ ਵਿਸ਼ਲੇਸ਼ਣ ਕਰਨਾ ਆਪੋ ਆਪਣਾ। ਫਿਰ ਆ ਜਾਂਦੇ ਆਪਾਂ ਕੇਰਲ ਦੇ ਵਿੱਚ। ਕੇਰਲ ਦੇ ਵਿੱਚ 40 ਸਾਲ ਬਾਅਦ ਇੱਕ ਇਤਿਹਾਸ ਰਚਿਆ ਗਿਆ ਕਿ ਖੱਬਾ ਫਰੰਟ ਆ ਜਿਹੜਾ LDF ਜਿਹਨੂੰ ਆਪਾਂ ਕਹਿੰਦੇ ਆ, ਉਹ ਦੁਬਾਰੇ ਦੂਜੀ ਵਾਰ ਸੱਤਾ 'ਚ ਆਇਆ। ਆਮ ਤੌਰ ਤੇ 40 ਸਾਲਾਂ ਦਾ ਇਤਿਹਾਸ ਇਹ ਰਿਹਾ ਵੀ ਇੱਕ ਪਾਰਟੀ ਤੋਂ ਬਾਅਦ ਦੂਜੀ ਪਾਰਟੀ ਸੱਤਾ ਬਦਲ ਜਾਂਦੀ ਹੈ। ਇੱਕ ਵਾਰ ਕਾਂਗਰਸ ਆਉਂਦੀ ਹੈ, ਇੱਕ ਵਾਰ ਖੱਬੇ ਪੱਖੀ ਮੋਰਚਾ ਆਉਂਦਾ। ਇਸ ਵਾਰ ਜਿਹੜਾ ਹੈਗਾ ਖੱਬੇ ਪੱਖੀ ਮੋਰਚਾ ਦੂਜੀ ਵਾਰ ਆਇਆ ਕਿਉਂਕਿ ਉਹਨਾਂ ਨੇ ਕੰਮ ਕੀਤੇ ਨੇ। ਉਹ ਤਾਂ ਕੰਮ ਕਿਵੇਂ ਕੀਤੇ ਨੇ ਕਿ ਪੂਰਾ ਕਰੋਨਾ ਦਾ ਟਾਈਮ ਚੱਲਦਾ, ਪੂਰੇ ਮੁਲਕ ਦੇ ਵਿੱਚ ਆਕਸੀਜਨ ਦੀ ਹਾਹਾਕਾਰ ਮਚੀ ਹੋਈ ਆ, ਪਰ ਕੇਰਲ ਭਾਵਾ ਜਿਹਨੇ ਆਕਸੀਜਨ ਆ ਜਿਹੜੀ ਆਪਣੀ ਦੀ ਪੂਰਤੀ ਕੀਤੀ ਹੈ ਤੇ ਨਾਲ ਦੇ 2 ਗਵਾਂਢੀ ਸੂਬਿਆਂ ਨੂੰ ਵੀ ਆਕਸੀਜਨ ਦਿੱਤੀ ਹੈ। ਤੇ ਇੱਥੇ ਕੁੱਲ ਸੀਟਾਂ ਸੀਗੀਆਂ ਕੇਰਲ ਦੀਆਂ 140, ਇਹਦੇ ਵਿੱਚੋਂ ਖੱਬਾ ਮੋਰਚਾ 99 ਸੀਟਾਂ ਜਿੱਤ ਕੇ ਦੂਜੀ ਵਾਰ ਆ ਰਿਹਾ ਸੱਤਾ ਦੇ ਵਿੱਚ। ਕਾਂਗਰਸ ਪਾਰਟੀ 41 ਤੇ ਜੋ ਭਾਜਪਾ ਉਹ 0। ਭਾਰਤੀ ਜਨਤਾ ਪਾਰਟੀ ਨੂੰ ਇੱਥੇ ਮੂੰਹ ਦੀ ਖਾਣੀ ਪਈ ਹੈ। ਉਹਨਾਂ ਨੂੰ ਜਿਹੜਾ ਹੈਗਾ 0 ਦਿੱਤੀ। ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਕੇਰਲ ਦੇ ਬੰਦੇ ਪੜ੍ਹੇ ਲਿਖੇ ਨੇ, ਉਹਨਾਂ ਨੇ ਆਪਣੀ ਜਿਹੜੇ ਸਿਆਣਪ ਦਾ ਇਹ ਵੋਟਾਂ ਪਾਉਣ ਵੇਲੇ ਵੀ ਦਿਖਾਈ। ਹੁਣ ਆ ਜਾਂਦੇ ਆਪਾਂ ਅਸਾਮ ਦੇ ਵੱਲ। ਅਸਾਮ ਉਹ ਇਲਾਕਾ ਜਿੱਥੇ RSS ਘੱਟੋ ਘੱਟ 10 ਸਾਲ ਤੋਂ ਵੱਧ ਦਾ ਕੰਮ ਕਰ ਰਿਹਾ ਹੈਗਾ, ਨੰਗੇ ਚਿੱਟੇ ਤੌਰ ਤੇ ਹਿੰਦੂਤਵ ਨੂੰ ਫੈਲਾਉਣ ਦਾ ਕੰਮ ਕਰ ਰਿਹਾ ਜੀ। ਕਿਉਂਕਿ ਉੱਥੇ ਪੋਲਰਾਈਜੇਸ਼ਨ ਵੱਡੇ ਪੱਧਰ ਤੇ ਹੋਈ ਹੈ, ਵੱਡੇ ਪੱਧਰ ਤੇ ਹੋਈ ਹੈ, ਦੰਗੇ ਵੀ ਹੋਏ ਨੇ ਉੱਥੇ। CA ਦਾ ਮਾਮਲਾ ਵੀ ਬਹੁਤ ਚੱਲਿਆ ਹੈਗਾ। ਉਹਦੇ ਵਿੱਚ BJP ਸੱਤਾ 'ਚ ਆਈ ਆ। 126 ਕੁੱਲ ਸੀਟਾਂ ਨੇ, 126 ਦੇ ਵਿੱਚੋਂ 75 ਸੀਟਾਂ BJP ਨੇ ਲਈਆਂ ਨੇ, 50 ਸੀਟਾਂ ਕਾਂਗਰਸ ਨੇ ਲਈਆਂ ਤੇ ਇੱਕ ਜਿਹੜੀ AJP ਲੋਕਲ ਪਾਰਟੀ ਹੈ ਉਹਨੇ ਲਈ ਹੈ। ਪਰ ਮੈਂ ਇਹਨੂੰ ਹੋਰ ਢੰਗ ਨਾਲ ਦੇਖਦਾ ਜੇ ਇਹਨੂੰ ਦੇਖਣਾ ਹੋਵੇ, ਕਿਉਂਕਿ ਤੁਸੀਂ ਦੇਖੋ ਕਿ ਪੂਰੇ ਮੁਲਕ 'ਚ ਇਹਨਾਂ ਨੇ ਭਗਵਾਂ ਰੰਗ ਦਿਖਾਇਆ ਹੋਇਆ, ਉਹਦਾ ਪ੍ਰਚਾਰ ਕੀਤਾ, ਸੱਤਾ ਦਾ ਤੰਤਰ ਇਹਨਾਂ ਦੇ ਕੋਲ ਹੈ। ਇਹਦੇ ਬਾਵਜੂਦ ਕਾਂਗਰਸ ਫਿਰ ਵੀ ਕਾਂਗਰਸ ਉੱਤੇ ਬਹੁਤ ਕਮਜ਼ੋਰ ਹੈ, ਉਹਦੀ ਲੀਡਰਸ਼ਿਪ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ। ਉਹਦੇ ਬਾਵਜੂਦ 50 ਸੀਟਾਂ ਲੈ ਗਈ ਕਾਂਗਰਸ। ਮੇਰਾ ਮੰਨਣਾ ਹੈਗਾ ਕਿ 50 ਸੀਟਾਂ ਵੀ ਬਹੁਤ ਜ਼ਿਆਦਾ ਨੇ ਉਹਦੇ ਲਈ, ਕਿਉਂਕਿ ਮੈਨੂੰ ਲੱਗਦਾ ਨਹੀਂ ਸੀ ਕਿ 50 ਸੀਟਾਂ ਵੀ ਕਾਂਗਰਸ ਪਾਰਟੀ ਲੈ ਜੂਗੀ। ਤੇ ਇਸ ਕਰਕੇ BJP 75 ਲੈ ਕੇ ਗਈ ਆ, ਫਿਰ 25 ਸੀਟਾਂ ਵੱਧ ਭਰਨੇ ਕੇ ਬਹੁਮਤ BJP ਕੋਲ ਆ ਗਿਆ। ਪਰ ਇੱਥੇ ਜਿਹੜੀਆਂ 50 ਸੀਟਾਂ ਆਈਆਂ ਨੇ ਕਾਂਗਰਸ ਦੀਆਂ, ਉਹਨੂੰ ਅਸੀਂ ਘਟਾ ਕੇ ਨਹੀਂ ਦੇਖ ਸਕਦੇ, ਕਿਉਂਕਿ ਜਿਹੜੀ ਮਰੀ ਮੁੱਕੀ ਪਾਰਟੀ, ਕਮਜ਼ੋਰ ਹੋਈ ਪਾਰਟੀ ਹੈ, ਜਿਹਦੀ ਕਨਫਿਊਜ਼ ਆ ਕਿ ਉਹਦੇ ਕੋਲ ਨੇਤਾ ਜਿਹੜਾ ਉੜੀਸਾ 'ਚ ਉਹਦੇ ਕੋਲ ਅਸਾਮ ਦੇ ਵਿੱਚ ਉਹਦੇ ਕੋਲ ਨੇਤਾ ਕਿਹੜਾ ਹੋਣਾ, ਉਹ ਪਾਰਟੀ ਜਿਹੜੀ ਅਸਾਮ ਦੇ ਵਿੱਚੋਂ 50 ਸੀਟਾਂ ਲੈ ਜਾਂਦੀ ਆ। ਅੱਛਾ, ਫਿਰ ਆ ਗਏ ਆਪਾਂ ਤਾਮਿਲਨਾਡੂ ਦੇ ਵਿੱਚ। ਤਾਮਿਲਨਾਡੂ ਦੇ ਵਿੱਚ 234 ਸੀਟਾਂ ਨੇ ਜੀ। 234 ਦੇ ਵਿੱਚੋਂ ਇਹ ਉਹ ਇਲਾਕਾ ਜਿੱਥੇ ਖੇਤਰੀ ਪਾਰਟੀਆਂ ਦਾ ਦਬਦਬਾ ਰਿਹਾ। ਪਰ ਐਸੀ ਖਾਸੀਅਤ ਇਹ ਰਹੀ ਕਿ 2 ਵੱਡੇ ਲੀਡਰ ਇਹਨਾਂ ਦੇ ਸਾਡੇ ਦੁਨੀਆ ਦੇ ਵਿੱਚ ਇਸ ਸਮੇਂ ਨਹੀਂ ਰਹੇ। ਉਹਨਾਂ ਦੀ ਗੈਰ ਮੌਜੂਦਗੀ ਵਿੱਚ ਪਹਿਲੀ ਵਾਰ ਚੋਣ ਹੋ ਰਹੀ ਸੀ। ਇੱਕ ਤਾਂ ਸੀਗੀ ਜੈਲਲਿਤਾ, ਦੂਜਾ ਸੀਗਾ ਕਰੁਣਾਨਿਧੀ। ਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਪਹਿਲੀ ਵਾਰ ਚੋਣ ਹੋ ਰਹੀ ਹੈ। DMK ਜਿਹੜਾ ਕਿ ਕਰੁਣਾਨਿਧੀ ਦਾ ਮੁੰਡਾ ਸਟਾਲਿਨ ਜਿਹਦੇ ਕੋਲ ਹੈ ਪਾਰਟੀ ਦੀ ਕਮਾਨ, ਉਹ ਸੱਤਾ ਦੇ ਵਿੱਚ ਕਾਬਜ਼ ਹੋਈ ਹੈ। 159 ਸੀਟਾਂ ਲੈ ਕੇ ਗਈ ਹੈ। ਕਾਂਗਰਸ ਨਾਲ ਉਹਦਾ ਗੱਠਜੋੜ ਸੀਗਾ ਤੇ BJP ਇਸ ਇਲਾਕੇ ਵਿੱਚ ਸ਼ੁਰੂ ਤੋਂ ਹੀ ਦਾਲ ਗਲਦੀ ਨਹੀਂ, ਇਸ ਕਰਕੇ ਉਹਨੇ ADMK ਦੇ ਨਾਲ ਗੱਠਜੋੜ ਕੀਤਾ। ADMK ਨੇ 75 ਸੀਟਾਂ ਲਈਆਂ ਹੈਗੀਆਂ ਨੇ ਤੇ ਬਾਕੀ ਕਿਸੇ ਨੂੰ ਕੋਈ ਸੀਟ ਨਹੀਂ ਮਿਲੀ। ਆਮ ਤੌਰ ਤੇ ਕਾਂਗਰਸ ਉੱਤੇ ਉਹਦੇ ਇਲਜ਼ਾਮ ਲੱਗਦੇ ਹੁੰਦੇ ਸੀ ਵੀ ਕਾਂਗਰਸ ਨੇ ਜਿਹਦੇ ਨਾਲ ਗੱਠਜੋੜ ਕਰਨਾ ਉਹਦਾ ਬੇੜਾ ਵਹਿ ਜਾਣਾ, ਪਰ ਉਹਦੇ ਕੰਮ ਉਲਟਾ ਹੋਇਆ। ਉਹਨੇ BJP ਨੇ ਜਿਹਦੇ ਨਾਲ ਗੱਠਜੋੜ ਕੀਤਾ ਉਹਦਾ ਬੇੜਾ ਵਹਿ ਗਿਆ। ਆਪਾਂ ਆਨੇ ਆ ਪੌਂਡੀਚੇਰੀ ਦੇ ਵਿੱਚ। ਪੌਂਡੀਚੇਰੀ ਦੇ ਵਿੱਚ ਉਹ ਇਲਾਕਾ ਕੇਂਦਰੀ ਸ਼ਾਸਿਤ ਪ੍ਰਦੇਸ਼ ਆ ਜਿੱਥੇ ਨਤੀਜੇ ਬਹੁਤ ਸਲੋ ਆ ਰਹੇ ਨੇ। ਉਹਦਾ ਕਾਰਨ ਹੁਣ ਸਾਨੂੰ ਸਮਝ ਤੋਂ ਬਾਹਰ ਹੈ ਕਿ ਕਿਉਂ ਸਲੋ ਆ ਰਹੇ ਨੇ। ਹਾਲ ਦੀ ਘੜੀ ਉੱਥੇ BJP ਦੇ ਜੋ ਅਲਾਇੰਸ ਨੇ ਜਾਂ NDA ਆ ਕਹਿ ਲਓ, ਉਹਨੂੰ ਬਹੁਮਤ ਮਿਲ ਗਿਆ। 16 ਸੀਟਾਂ ਤੋਂ ਉੱਤੇ ਇਹ ਚੱਲ ਰਹੇ ਨੇ। 30 ਸੀਟਾਂ ਕੁੱਲ ਨੇ। ਛੋਟਾ ਜਿਹਾ ਇਲਾਕਾ ਹੀ ਹੈ ਕਿਉਂਕਿ ਕੇਂਦਰੀ ਸ਼ਾਸਿਤ ਪ੍ਰਦੇਸ਼ ਆ, ਉੱਥੇ ਮੁੱਖ ਮੰਤਰੀ ਹੈਗਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਮੁੱਖ ਮੰਤਰੀ ਹੈ ਜਿਵੇਂ ਦਿੱਲੀ ਵਾਲਾ ਮੁੱਖ ਮੰਤਰੀ ਹੈ। 9 ਤੋਂ 10 ਸੀਟਾਂ ਦੇ ਵਿਚਕਾਰ ਚੱਲ ਰਹੀ ਹੈ। ਕੁਝ ਸੀਟਾਂ ਦੇ ਹਲੇ ਐਲਾਨ ਹੋਣੇ ਬਾਕੀ ਨੇ। ਇਹ ਹੋ ਗਿਆ। ਹੁਣ ਆਪਾਂ 4 ਸੂਬੇ ਤੇ 5ਵਾਂ ਕੇਂਦਰੀ ਸ਼ਾਸਿਤ ਪ੍ਰਦੇਸ਼ ਦਾ ਕੀਤਾ ਵਿਸ਼ਲੇਸ਼ਣ। ਹੁਣ ਆਪਾਂ ਇਹਨਾਂ 5 ਨੂੰ ਇਕੱਠੇ ਰੱਖ ਕੇ ਵਿਸ਼ਲੇਸ਼ਣ ਕਰ ਲੈਂਦੇ ਹਾਂ। ਇਕੱਠੇ ਰੱਖ ਕੇ ਕਿਵੇਂ ਕਰੀਏ ਕਿ ਹਿੰਦੂਤਵ ਦਾ ਅਸੀਂ ਮੰਨਦੇ ਹਾਂ ਕਿ ਪਰਚਮ BJP ਨੇ ਪੂਰੇ ਮੁਲਕ 'ਚ ਹਿੰਦੂਤਵ ਕੀਤਾ, ਇੱਕ ਰਾਸ਼ਟਰ ਕੀਤਾ ਹੋਇਆ, ਇੱਕ ਭਾਸ਼ਾ ਕੀਤਾ। ਪਰ ਸਾਡਾ ਮੰਨਣਾ ਹੈਗਾ ਕਿ ਜੇ ਆਪਾਂ ਇਹ 5 ਸੂਬਿਆਂ ਨੂੰ ਦੇਖੀਏ ਨਾ, ਇਹ ਉਹ ਸੂਬੇ ਨੇ ਜਿਹੜੇ ਭਾਸ਼ਾ ਦੇ ਤੌਰ ਤੇ ਵੀ ਅਲੱਗ ਹੈ। ਇਹ ਹਿੰਦੀ ਪੱਟੀ ਵਾਲੇ ਇਲਾਕੇ ਵੀ ਨਹੀਂ ਹੈਗੇ। ਇਹਨਾਂ ਵਿੱਚ ਖੇਤਰੀ ਮਸਲੇ ਵੀ ਨੇ, ਇਹਨਾਂ ਵਿੱਚ ਕੌਮੀਅਤ ਦੇ ਮਸਲੇ ਵੀ ਉੱਠਦੇ ਹੈਗੇ ਨੇ, ਇਹਨਾਂ ਦੇ ਕੁਝ ਹੋਰ ਖੇਤਰੀ ਪਛਾਣ ਦੇ ਮੁੱਦੇ ਵੀ ਨੇ, ਖਾਸ ਕਰ ਜੇ ਤਾਮਿਲਨਾਡੂ ਦੀ ਗੱਲ ਕਰੀਏ। ਉਹ ਸੂਬੇ ਬੰਗਾਲ ਦੇ ਵਿੱਚ BJP ਨੇ ਪੂਰਾ ਪੋਲਰਾਈਜ਼ ਕੀਤਾ। ਇਹਨਾਂ ਨੇ ਘੱਟੋ ਘੱਟ BJP 10-12 ਸਾਲ ਦੀ ਉੱਥੇ ਲੱਗੀ ਹੈ ਕੰਮ ਕਰਨ। ਉੱਥੇ ਉਹਦੇ ਕਰਕੇ ਦੀ ਵੋਟ ਵੀ ਵਧੀ ਹੈ। ਇਸੇ ਕਰਕੇ
ਉਹਨੇ ਕੋਸ਼ਿਸ਼ ਕੀਤੀ ਕਿ ਜਿਹੜੀ ਬੰਗਾਲ ਦੀਆਂ ਸੈਕੂਲਰ ਕਦਰਾਂ ਕੀਮਤਾਂ ਨੇ, ਜਿਹੜੀਆਂ ਸਮੁੱਚਤਾ ਲਈ ਕਦਰਾਂ ਕੀਮਤਾਂ ਨੂੰ ਮਾਰਿਆ ਜਾਵੇ, ਉਹਦਾ ਜਿਹੜਾ ਭਗਵਾਂਕਰਨ ਕੀਤਾ ਜਾਵੇ। ਲੇਕਿਨ ਇੱਥੇ ਬੀਜੇਪੀ ਹਾਰੀ ਹੈ ਤੇ ਇਸੇ ਤਰ੍ਹਾਂ ਹੀ ਅਸਾਮ ਦੇ ਵਿੱਚੋਂ ਜਿੱਤੀ ਆ, ਪਰ ਉੱਥੇ ਉਹਨੇ ਆਪਣਾ ਪੂਰਾ ਭਗਵਾਂਕਰਨ ਕੀਤਾ। ਲੇਕਿਨ 50% ਵੋਟ ਉਹਦੀ ਵਿਰੋਧੀ ਧਿਰ ਨੂੰ ਮਿਲੀ ਹੈ, ਤਕੜੀ ਵਿਰੋਧੀ ਧਿਰ ਆਈ ਹੈ। ਤਮਿਲਨਾਡੂ ਦੇ ਵਿੱਚ ਉਹਨੂੰ ਗੱਠਜੋੜ ਕਰਨਾ, ਤੇ ਇੱਥੋਂ ਇਹ ਪਤਾ ਲੱਗਦਾ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਅੱਜ ਕਈ ਵਾਰ ਕਈ ਲੋਕ ਅੱਖਾਂ ਮੀਚ ਕੇ ਕਹਿੰਦੇ ਕਿ ਬੀਜੇਪੀ ਬਹੁਤ ਸਟਰੋਂਗ ਆ, ਉਹਨੇ ਪੂਰੇ ਮੁਲਕ ਨੂੰ ਫਾਸ਼ਿਜ਼ਮ ਦੇ ਵੱਲ ਲੈ ਜਾਣਾ, ਤਾਂ ਸਾਨੂੰ ਸ਼ਨਾਖਤ ਕਰਨੀ ਪਏਗੀ ਉਹਨਾਂ ਤਾਕਤਾਂ ਦੀ ਜਿਹੜੀਆਂ ਅੱਜ ਵੀ ਬੀਜੇਪੀ ਦੇ ਹਿੰਦੂਤਵ ਨੂੰ ਨਹੀਂ ਮੰਨਦੀਆਂ। ਜਿਹੜੀਆਂ ਉਹ ਤਾਕਤਾਂ ਨੇ ਜਿਹੜੀਆਂ ਕਿ ਕਹਿੰਦੀਆਂ ਨੇ ਕਿ ਬੀਜੇਪੀ ਜਿਹਨੇ ਕਹਿੰਦੇ ਨੇ ਕਿ ਸਬਕਾ ਸਾਥ ਸਬਕਾ ਵਿਕਾਸ, ਤੇ ਉਹ ਵਿਕਾਸ ਕਾਹਦੇ ਨਾਲ ਹੋਊਗਾ? ਹਿੰਦੂਤਵ ਦੇ ਨਾਲ ਹੋਊਗਾ। ਤੇ ਉਹ ਨਾ ਤਾਂ ਉਹ ਉਹਦੇ ਵਿਕਾਸ ਦੇ ਘੇਰੇ ਚ ਆਉਂਦੀਆਂ ਨੇ, ਨਾ ਹੀ ਉਹਦੇ ਨਿਊ ਇੰਡੀਆ, ਜਿਹੜਾ ਕਹਿੰਦੇ ਨਾ ਨਿਊ ਇੰਡੀਆ ਐਕਚੁਅਲੀ ਹਿੰਦੂਤਵ ਹੀ ਨਿਊ ਇੰਡੀਆ ਹੈਗਾ, ਤੇ ਉਹ ਬੀਜੇਪੀ ਦੇ ਨਿਊ ਇੰਡੀਆ ਨੂੰ ਨਹੀਂ ਮੰਨਦੇ। ਤੇ ਅੱਛਾ, ਇਹਨਾਂ ਵਿੱਚ ਕੋਈ ਦੇਸ਼ ਭਗਤੀ ਦੀ ਘਾਟ ਵੀ ਨਹੀਂ। ਹੁਣ ਜਿਵੇਂ ਪੰਜਾਬ ਦੀ ਸੂਬਾ ਉਹਨਾਂ ਵਿੱਚੋਂ ਆਉਂਦਾ ਜਿਹੜਾ ਬੀਜੇਪੀ ਦੇ ਨਿਊ ਇੰਡੀਆ ਨੂੰ ਨਹੀਂ ਮੰਨਦਾ, ਹਿੰਦੂਤਵ ਨੂੰ ਨਹੀਂ ਮੰਨਦਾ। ਕਸ਼ਮੀਰ ਵੈਲੀ ਵੀ ਉਹਦੇ ਵਿੱਚ ਆਉਂਦਾ ਹੈਗਾ। ਤੇ ਕਮਾਲ ਦੀ ਗੱਲ ਇਹ ਚੱਕ ਕੇ ਦੇਖ ਲਓ, ਜੇਕਰ ਫੌਜ ਦੇ ਵਿੱਚ ਦੇਖਣਾ ਹੋਵੇ ਤਾਂ ਪੰਜਾਬੀ ਵੱਧ ਹੈਗੇ ਨੇ, ਜੇ ਫੌਜ ਦੇਖਣਾ ਹੋਵੇ ਤਾਂ ਗੋਰਖੇ ਜਿਹੜੇ ਹੈਗੇ ਨੇ ਉਹ ਬਹੁਤ ਹੈਗੇ ਨੇ। ਕੋਈ ਦੇਸ਼ ਭਗਤੀ ਵੀ ਘੱਟ ਨਹੀਂ ਹੈਗੀ, ਪਰ ਇਹ ਤੁਹਾਡੇ ਵਾਲੀ ਦੇਸ਼ ਭਗਤੀ ਨੂੰ ਨਹੀਂ ਮੰਨਦੇ ਹੈਗੇ, ਤੁਹਾਡੇ ਵਾਲੇ ਹਿੰਦੂਤਵ ਨੂੰ ਨਹੀਂ ਮੰਨਦੇ ਹੈਗੇ। ਤਾਂ ਮੁਲਕ ਦੇ ਵਿੱਚ ਜੇ ਅਸੀਂ ਦੇਖਣਾ ਹੋਵੇ, ਉਹਨਾਂ ਤਾਕਤਾਂ ਦੀ ਸ਼ਨਾਖਤ ਕਰਨੀ ਹੋਵੇ, ਆਹ ਸੂਬੇ ਆ, ਫਿਰ ਨਾਰਥ ਈਸਟ ਆ, ਆਪਣਾ ਪੰਜਾਬ ਆ, ਕਸ਼ਮੀਰ ਦੀ ਵੈਲੀ ਹੈ, ਤੇ ਫਿਰ ਉਸ ਤੋਂ ਬਾਅਦ ਜੇ ਆਪਾਂ ਕਮਿਊਨਿਟੀ ਵਾਈਜ਼ ਦੇਖਣਾ ਹੋਵੇ, ਸਿੱਖ ਭਾਈਚਾਰਾ, ਮੁਸਲਮਾਨ ਭਾਈਚਾਰਾ ਹੋ ਗਿਆ, ਕ੍ਰਿਸਚਨ ਭਾਈਚਾਰਾ ਹੋ ਗਿਆ, ਦਲਿਤ ਹੋ ਗਏ ਨੇ ਤੇ ਆਦੀਵਾਸੀ। ਇਹ ਉਹ ਫੋਰਸਸ ਨੇ ਜਿਹੜੀਆਂ ਫੋਰਸਸ ਹਿੰਦੂਤਵ ਦੇ ਵਿਰੋਧੀ ਆ। ਹੁਣ ਜਿਹੜੀ ਕੋਈ ਪਾਰਟੀ ਬੀਜੇਪੀ ਦਾ ਆਲਟਰਨੇਟ ਬਣਨਾ ਚਾਹੁੰਦੀ ਆ, ਉਹਨਾਂ ਨੂੰ ਆ ਜਿਹੜੇ ਅਸੰਤੁਸ਼ਟ ਤਬਕੇ ਨੇ ਬੀਜੇਪੀ ਤੋਂ, ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਪਏਗਾ ਜੇ ਉਹ ਚੱਲੇਗੀ। ਜੇਕਰ ਉਹੀ ਮੋਦੀ ਦੀ ਰੀਸ ਕਰਨ ਲਈ ਰਾਹੁਲ ਗਾਂਧੀ ਵਾਂਗੂ ਟੱਲੀਆਂ ਹੀ ਵਜਾਉਣੀਆਂ ਨੇ, ਫਿਰ ਮਾਫ ਕਰਨਾ, ਤੁਸੀਂ ਉਹੀ ਹਿੰਦੂਤਵ ਦੇ ਪੈਰੋਕਾਰ ਬਣਦੇ ਹੋ। ਇਹ ਜਿਵੇਂ ਤੁਸੀਂ ਕਿਹਾ ਕਿ ਹਿੰਦੂਤਵ ਦਾ ਦੇਖੋ, ਹੁਣ ਭਾਰਤ ਜਿਵੇਂ ਕਹਿੰਦੇ ਸਭ ਇੱਕ ਚੀਜ਼ ਹੈ ਕਿ ਇੱਕ ਵਿਧਾਨ ਇੱਕ ਵਿਕਾਨ, ਉਹ ਜਿਵੇਂ ਕਰਦੇ, ਮੈਂ ਤਾਂ ਇੱਕ ਵਿਧਾਨ ਇੱਕ ਦੁਕਾਨ ਕਹਿੰਦਾ ਹੁੰਦਾ, ਠੀਕ ਹੈ ਜੀ। ਹੁਣ ਇਹ ਦੁਕਾਨ ਤਾਂ ਇੱਕ ਆ, ਪਰ ਭਾਰਤ ਜਦੋਂ ਆਲਰੇਡੀ ਆਪਾਂ ਕਹਿ ਸਕਦੇ ਹਾਂ ਕਿ ਦੇਖੋ ਕਿੰਨਾ ਵੰਡਿਆ, ਕਿੰਨੀਆਂ ਭਾਸ਼ਾਵਾਂ ਨੇ, ਕਿੰਨਾ ਸਾਰਾ ਕੁਛ ਹੈ, ਕਿੰਨਾ ਕਲਚਰ ਹੈ, ਇਸ ਕਿੰਨੇ ਧਰਮ ਨੇ। ਆਪਾਂ ਹੁਣ ਜੇ ਹੋਰ ਦੇ ਸੂਬਿਆਂ ਨਾਲ ਗੱਲਾਂ ਕਰਦੇ ਹਾਂ, ਜੇ ਅਮਰੀਕਾ ਨਾਲ ਗੱਲ ਕਰੀਏ, ਅਮਰੀਕਾ 'ਚ ਤਾਂ ਇੱਕ ਧਰਮ ਜ਼ਿਆਦਾ ਡੋਮੀਨੇਟਿੰਗ ਹੈ, ਕ੍ਰਿਸਚਨ ਹੈ। ਇੰਗਲੈਂਡ 'ਚ ਇੱਕ ਧਰਮ ਕ੍ਰਿਸਚਨ ਜ਼ਿਆਦਾ ਡੋਮੀਨੇਟਿੰਗ ਹੈ, ਪਰ ਇੱਥੇ ਦਾ ਧਰਮ ਵੀ ਬੜੇ ਨੇਕ ਨੇ। ਤੁਸੀਂ ਆਪਦੀ ਜਿਹੜੀ ਹੈ ਸੋਚ ਕਿਸੇ 'ਤੇ ਕਿਵੇਂ ਹਾਵੀ ਕਰ ਸਕਦੇ ਹੋ? ਤੁਸੀਂ ਉਹਦਾ ਇੱਕ ਤਰ੍ਹਾਂ ਦਾ ਧਰਮ ਦਾ ਜਿਹੜੀ ਹੈ ਇੱਕ ਸਿੱਧੇ ਤੌਰ 'ਤੇ ਆਖੀਏ ਕਿ ਤੁਸੀਂ ਧਰਮ ਤਬਦੀਲੀ ਕਰਾਉਣੇ ਹੋ ਅਗਲੇ ਦੀ, ਜਦੋਂ ਆਪਦੀ ਸੋਚ ਬਣਾਉਣੇ ਹੋ। ਫਿਰ ਤੁਹਾਡੇ ਬੰਦੇ ਨਹੀਂ ਹਟਦੇ ਬੋਲਣੋਂ, ਚੋਬਰਾ ਮਾਰਨੋਂ ਨਹੀਂ ਹਟਦੇ। ਫਿਰ ਤੁਸੀਂ ਨਾਲ ਦੀ ਨਾਲ ਕਹਿੰਦੇ ਹੋ ਕਿ ਤੁਸੀਂ ਅਸੀਂ ਦੇਸ਼ ਭਗਤ, ਤੁਸੀਂ ਦੇਸ਼ ਭਗਤ ਨਹੀਂ। ਮੈਂ ਹੁਣੇ ਦੇਖੋ ਪੜ੍ਹ ਰਿਹਾ ਸੀ, ਵੱਡੇ ਦੇਸ਼ ਭਗਤ ਦਿੱਲੀ ਪੁਲਿਸ ਨੇ 3 ਬੰਦੇ ਫੜੇ ਆ ਜੀ, ਠੀਕ ਹੈ। 3 ਬੰਦੇ ਜਿਹੜੇ ਨੇ ਉਹ ਕੋਈ ਗੁਪਤਾ, ਕੋਈ ਕੀ ਹੈ, ਕੋਈ ਕੀ ਹੈ। ਇੱਕ ਲਲਿਤ ਗੁਪਤਾ, ਇੱਕ ਅਨੂ ਜੈਨ, ਇੱਕ ਆਕਾਸ਼ ਵਰਮਾ। ਹੁਣ ਇਹ ਕੀ ਕਰਦੇ, ਦਰਿਆਗੰਜ ਚਾਂਦਨੀ ਚੌਂਕ ਦੇ ਵਿੱਚ ਮੈਡੀਕਲ ਸਟੋਰ ਦੇ ਜਿਹੜਾ ਸੀਗਾ 7000 ਦਾ ਟੀਕਾ 70000 'ਚ ਵੇਚਦੇ ਸੀ, ਤੇ ਅਗਲੇ ਦੇ ਗਹਿਣੇ ਵੀ ਲਿਖਾ ਲੈਂਦੇ। ਹੁਣ ਇਹ ਦੇਸ਼ ਭਗਤੀ, ਇਹ ਲੋਕ ਤਾਂ ਉਹਨਾਂ ਦੀਆਂ ਦੇਸ਼ ਭਗਤੀਆਂ ਤੇ ਇਹੋ ਜਿਹੇ ਬੰਦੇ ਕੁਐਸਚਨ ਮਾਰਕ ਕਰਦੇ ਨੇ। ਸਹੀ ਅਸਲ ਵਿੱਚ ਗੱਲ ਹੈ ਕਿ ਪੂਰੇ ਨਾ ਹਿੰਦੁਸਤਾਨ ਦੀ ਖਾਸੀਅਤ ਇਹ ਹੈ ਕਿ ਇੱਥੇ ਜਿਹੜਾ ਨਾ ਹਿੰਦੂ ਧਰਮ ਵੀ ਹੈ ਨਾ, ਉਹ ਵੀ ਇੱਕੋ ਜਿਹਾ ਨਹੀਂ ਹੈਗਾ। ਕਿਉਂਕਿ ਬੀਜੇਪੀ ਦੀ ਪ੍ਰੋਬਲਮ ਇਹ ਹੈ ਕਿ ਉਹ ਹਿੰਦੂ ਧਰਮ ਇੱਕੋ ਤਰ੍ਹਾਂ ਦਾ ਥੋਪਣਾ ਚਾਹੁੰਦੀ ਹੈ, ਜਿਹੜਾ ਆਪਣੇ ਨਾਰਥ ਇੰਡੀਆ ਵਾਲਾ, ਤੇ ਨਾਰਥ ਇੰਡੀਆ ਵਿੱਚੋਂ ਵੀ ਜਿਹੜਾ ਸਨਾਤਨੀ ਧਰਮ ਹੈ। ਤੇ ਕੇਰਲ ਦਾ ਹਿੰਦੂ ਧਰਮ ਤਾਂ ਬਿਲਕੁਲ ਵੱਖਰਾ ਹੈਗਾ, ਉਹਦੇ ਸੰਸਕਾਰ, ਉਹਦੇ ਰੀਤੀ ਰਿਵਾਜ ਉੱਧਰ ਤਾਂ ਸਭ ਬਹੁਤ ਟੋਟਲੀ ਡਿਫਰੈਂਟ। ਉਹ ਤਾਂ ਫਿਰ ਉਹੀ ਆ ਗਏ ਨਾ ਆਪਣੇ, ਉਹ ਤਾਂ ਦ੍ਰਾਵਿਡੀਅਨਸ ਆ ਗਏ। ਅਸੀਂ ਆਪਣੇ ਆਪ ਨੂੰ ਇੱਧਰਲੇ ਆਰੀਅਨਸ ਕਹਾਉਣੇ ਆ। ਤੇ ਨਾਰਥ ਈਸਟ ਤਾਂ ਜੋ ਵੱਖਰਾ ਹੈਗਾ, ਔਰ ਨਾਰਥ ਈਸਟ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਜਿਹੜਾ ਹੈਗਾ ਗਾਂ ਨਹੀਂ ਖਾਣ ਦਿੰਦੇ ਕਿਸੇ ਨੂੰ, ਗਾਂ ਨਹੀਂ ਖਾਂਦੀ। ਹਾਂ, ਉੱਥੇ ਬਿਆਨ ਦਿੱਤਾ ਸੀ, ਫਿਰ ਮੁੱਕਰਨਾ ਪਿਆ ਬੀਜੇਪੀ ਦੇ ਇੱਕ ਮੰਤਰੀ ਨੂੰ। ਸੋ ਇਸ ਕਰਕੇ ਉੱਥੇ ਫਿਰ ਕਹਿਣਾ ਪੈਂਦਾ ਕਿ ਹਾਂਜੀ ਅਸੀਂ ਬੀਫ ਦੇ ਹੱਕ ਦੇ ਵਿੱਚ, ਉੱਥੇ ਜਾ ਕੇ ਕਹਿਣਾ ਪੈਂਦਾ। ਉੱਥੇ ਉਹੀ ਗੱਲ ਹੈ ਨਾ, ਜੈਸਾ ਦੇਸ਼ ਵੈਸਾ ਭੇਸ਼। ਸੋ ਇਸ ਕਰਕੇ ਉਰੇ ਤਾਂ ਹਿੰਦੂ ਧਰਮ ਵੀ ਇੱਕ ਜਿਹਾ ਨਹੀਂ ਹੈਗਾ। ਇੱਥੇ ਦਾ ਹਿੰਦੂ ਧਰਮ ਦੀ ਮੈਂ ਤੁਹਾਨੂੰ ਇੱਕ ਆਪਣੇ ਪੰਜਾਬ ਦੇ ਬੰਦੇ ਦੀ ਗੱਲ ਦੱਸਦਾ। ਪਰ ਇੱਥੇ ਆਪਣੇ ਮਾਲਵੇ ਦੇ ਵਿੱਚੋਂ ਹੀ ਆਪਣੇ ਪੰਜਾਬ ਦਾ ਇੱਕ ਬ੍ਰਾਹਮਣ ਚਲਿਆ ਗਿਆ ਗੁਜਰਾਤ ਦੇ ਵਿੱਚ। ਉਹ ਜਾ ਕੇ ਉੱਥੇ ਉਹਨੇ ਮੀਟ ਮੂਟ ਦੀ ਮੰਗ ਕੀਤੀ। ਉਹ ਕਹਿੰਦਾ ਵੀ ਤੂੰ ਬ੍ਰਾਹਮਣ ਹੋ ਕੇ ਮੀਟ ਖਾਣਾ, ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੀ ਇਹ ਤਾਂ ਧਰਮ ਦਾ ਉਲਟਾ। ਉਹ ਕਹਿੰਦਾ ਦੇਖੋ ਮੇਰਾ ਧਰਮ ਤਾਂ ਕਹਿੰਦਾ ਮੀਟ ਖਾ ਕੇ ਬਣਦਾ ਵਾ, ਧਰਮ ਮੇਰਾ ਪੂਰਾ ਹੁੰਦਾ ਹੈਗਾ ਕਿਉਂਕਿ ਮੈਂ ਹੈਗਾ ਪੰਜਾਬੀ ਤੇ ਤੁਸੀਂ ਹੈਗੇ ਗੁਜਰਾਤੀ। ਸੋ ਇਸ ਕਰਕੇ ਇੱਥੇ ਤਾਂ ਮਤਲਬ ਜਿਹੜਾ ਸਾਡੇ ਜਿਹੜੇ ਧਰਮ ਆ ਨਾ, ਧਰਮਾਂ ਵਿੱਚ ਵੀ ਇੰਨੀ ਵਿੱਥ ਹੈ ਕਿਉਂਕਿ ਇੱਥੇ ਮਸਲੇ ਆ ਜਾਂਦੇ ਆ ਜਿਹੜਾ ਸਾਡਾ ਕਲਚਰ ਹੁੰਦਾ ਨਾ, ਕਲਚਰ ਧਰਮ ਤੋਂ ਵੱਡਾ ਹੁੰਦਾ ਹੈ। ਬਿਲਕੁਲ ਬਿਲਕੁਲ।
ਇਸ ਕਰਕੇ ਉਹਨੇ ਉੱਥੇ ਆਪਣੀ ਉਹ ਭਾਵੇਂ ਉੱਥੇ ਗੁਜਰਾਤ ਦੇ ਵਿੱਚ ਬ੍ਰਾਹਮਣ ਹਿੰਦੂ ਪਰਿਵਾਰ 'ਚ ਹੀ ਬੈਠਾ ਸੀਗਾ, ਪਰ ਉਹਨੇ ਆਪਣੇ ਆਪ ਨੂੰ ਪੰਜਾਬੀ ਪਰਿਭਾਸ਼ਿਤ ਕੀਤਾ ਕਿ ਮੈਂ ਤਾਂ ਯਾਰ ਪੰਜਾਬੀ ਹਾਂ ਤੇ ਸਾਡਾ ਤਾਂ ਪੂਰਾ ਮੀਟ ਖਾਣ ਨਾਲ ਹੀ ਕੰਮ ਚੱਲਦਾ ਹੈਗਾ ਭਾਈ। ਤੇ ਸੋ ਇਸ ਵਿੱਚ ਕਹਿਣ ਦਾ ਮਤਲਬ ਗੱਲ ਪੁਰਾਣੀ ਹੈ, 10-15 ਸਾਲ ਪੁਰਾਣੀ। ਮੇਰੇ ਇੱਕ ਮਿੱਤਰ ਨੇ ਸੁਣਾਈ ਸੀ। ਜਿਵੇਂ ਦਿੱਲੀ 'ਚ ਵੀ ਗੱਲ ਕਹਿ ਦਿੰਦੇ ਆ ਜੇ ਪੰਜਾਬੀ ਹੈ ਤਾਂ ਸ਼ਰਾਬ ਜ਼ਰੂਰ ਪੀਂਦਾ ਹੋਊਗਾ। ਹਾਂ, ਸੋ ਇਸ ਕਰਕੇ ਨਾ ਇੱਥੇ ਕਲਚਰ ਵੱਖਰੇ ਹੈਗੇ ਨੇ। ਇਹ ਕਲਚਰਾਂ ਨੂੰ ਤੁਸੀਂ ਕਹੋਗੇ ਕਿ ਇੱਕੋ ਹੀ ਰੰਗ 'ਚ ਵੀ ਤੁਸੀਂ ਇੱਕੋ ਹੀ ਖਾਣਾ ਖਾਓ, ਇੱਕੋ ਹੀ ਕੱਪੜੇ ਪਹਿਨੋ, ਇੱਕੋ ਹੀ ਤੁਸੀਂ ਵਿਸ਼ਵਾਸ ਤੇ ਨੂੰ ਜਿਹੜਾ ਮੰਨੋ, ਇਹ ਨਹੀਂ ਹੋ ਸਕਦਾ ਹੈਗਾ। ਇਹ ਹਾਰ, ਇਹ ਜਿਹੜੀ ਹਾਰ ਹੋਈ ਆ, ਮੈਂ ਮੰਨਦਾ ਕਿ ਜਿਹੜੀ ਹਿੰਦੁਸਤਾਨ ਦੀ ਬਹੁਲਤਾ ਨਾ, ਜਿਹਨੂੰ ਅਸੀਂ ਡਾਇਵਰਸਿਟੀ ਕਹਿੰਦੇ ਆ, ਉਸ ਦੀ ਜਿਹੜੀ ਜਿੱਤ ਹੋਈ ਹੈ ਇਹ। ਕਿਉਂਕਿ ਫਿਰ ਜਿਹੜੀ ਕੋਈ ਪਾਰਟੀ ਹੈ ਨਾ ਦਾਨੇਵਾਲ ਸਰ, ਜਿਹੜੀ ਕਹਿੰਦੀ ਕਿ ਮੈਂ ਬੀਜੇਪੀ ਨੂੰ ਚੁਣੌਤੀ ਦੇਣੀ ਆ, ਉਹਨੂੰ ਚੁਣੌਤੀ ਦੇਣ ਲਈ ਆ ਜਿਹੜੀਆਂ ਅਸੰਤੁਸ਼ਟ ਧਿਰਾਂ ਨੇ ਉਹਨਾਂ ਨੂੰ ਆਪਣੇ ਕਲਾਵੇ 'ਚ ਲੈਣਾ ਪਏਗਾ। ਕਿਉਂਕਿ ਜੇ ਤੁਸੀਂ ਮੋਦੀ ਨੂੰ ਚੁਣੌਤੀ ਦੇਣ ਲਈ ਉਦਾਂ ਹੀ ਮੰਦਰਾਂ ਦੇ ਵਿੱਚ ਟੱਲੀਆਂ ਵਜਾਉਂਦੇ ਫਿਰੋਗੇ ਨਾ, ਉਹ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਅੱਜ ਜਿਹੜਾ ਜਿੰਨਾ ਤੱਕ ਜਿਹੜੀ ਕੋਈ ਪਾਰਟੀ ਹਿੰਦੂ ਧਵ ਨੂੰ ਪੂਰੀ ਤਰ੍ਹਾਂ ਨਕਾਰਦੀ ਨਹੀਂ ਹੈਗੀ, ਜੇ ਉਹ ਸੌਫਟ ਹਿੰਦੂ ਧਵ ਵੀ ਖੇਡਦੀ ਹੈ ਨਾ, ਜਾਂ ਤਾਂ ਫਿਰ ਉਹ ਲੋਕਾਂ ਨੂੰ ਮੂਰਖ ਬਣਾ ਰਹੀ ਹੈ, ਜਾਂ ਫਿਰ ਗਾਹੇ ਬਗਾਹੇ ਖੁਦ ਉਸ ਹਿੰਦੂ ਧਵ ਦੀ ਪੈਰੋਕਾਰ ਹੈ, ਜਿਵੇਂ ਮੈਂ ਇਸ਼ਾਰਾ ਕਾਂਗਰਸ ਤੇ ਰਾਹੁਲ ਗਾਂਧੀ ਵੱਲ ਕਰ। ਹਾਂ, ਬਿਲਕੁਲ ਗੱਲ ਤਾਂ ਇਹੀ ਆ ਜਾਂਦੀ ਹੈ। ਪਰ ਅੱਜ ਜੇਕਰ ਆਪਾਂ ਗੱਲ ਕਰੀਏ, ਜਿਵੇਂ ਮੈਂ ਕਿਹਾ ਸੀ, ਪੰਜਾਬ ਦੇ ਵਿੱਚ ਮੈਨੂੰ ਲੱਗਦਾ ਬੰਗਾਲੀਆਂ ਨਾਲੋਂ ਵੱਧ ਖੁਸ਼ੀ ਹੈ, ਤੇ ਪ੍ਰਧਾਨ ਮੰਤਰੀ ਨੂੰ ਜਿੰਨਾ ਪੰਜਾਬੀ ਧੂਈ ਜਾਂਦੇ ਅੰਗਰੇਜ਼ੀ 'ਚ, ਤਾਂ ਠੀਕ ਹੈ, ਕਈ ਬੰਦੇ ਲੱਗੇ ਹੋਏ ਨੇ ਟਵਿੱਟਰ ਤੇ ਹੋਰ ਪੰਜਾਬੀ ਤਾਂ ਐਨ ਕਹਿੰਦੇ ਹੁਣ ਤਾਂ ਕੇਸਰੀ ਪੱਗ ਵੀ ਸਜਾਤੀ ਹੈ, ਤੇ ਕਈਆਂ ਨੇ ਜਮਾ ਕਲੀਨ ਸ਼ੇਵ ਕਰਕੇ ਵੀ ਉਹਨਾਂ ਦੀਆਂ ਤਸਵੀਰਾਂ ਲਾਤੀਆਂ। ਹੁਣ ਪ੍ਰਧਾਨ ਮੰਤਰੀ ਜੀ ਟਰੋਲ ਹੋ ਰਹੇ, ਇਹਨਾਂ ਦਾ ਮੋਦੀ ਜੀ ਦਾ ਬਣੂ ਕੀ ਅੱਗੇ ਜੀ? ਦੇਖੋ, ਇੱਕ ਚੀਜ਼ ਬੜੀ ਵਧੀਆ ਹੋਈ ਆ, ਉਹ ਨਾ ਆਮ ਆਦਮੀ ਪਾਰਟੀ ਦੇ ਵਰਤਾਰੇ ਨਾਲ ਹੋਈ ਹੈ। ਉਹਦੇ ਵਿੱਚ ਸਾਡੀਆਂ ਸਹਿਮਤੀਆਂ ਦੇ ਬਾਵਜੂਦ ਵੀ ਚਲੋ ਆਪਾਂ ਉਹ ਵਰਤਾਰੇ ਨੂੰ ਦੀ ਥੋੜੀ ਜਿਹੀ ਪ੍ਰਸ਼ੰਸਾ ਵੀ ਕਰ ਲੈਂਦੇ ਹਾਂ, ਕਿਉਂਕਿ ਮੈਂ ਖੁਦ NRI ਮੀਡੀਆ ਨਾਲ ਜੁੜਿਆ ਸੀ, ਉਦੋਂ ਆਪਣੇ NRI ਮੀਡੀਆ 'ਚ ਇੱਕ ਰਿਵਾਜ ਸੀਗਾ। ਅੱਜ ਵੀ ਕੱਲ੍ਹ ਜਿਹੜੇ ਬਹੁਤ ਵੱਡੇ 30 ਸਮਾਰਕਾਂ ਪੱਤਰਕਾਰ ਕਹਾਉਂਦੇ ਆ ਨਾ, ਉਹ ਵੀ ਪੰਜਾਬ ਤੋਂ ਬਾਹਰ ਨਹੀਂ ਜਾਂਦੇ ਸੀਗੇ। ਵੀ ਮੈਨੂੰ ਇੱਕ ਰੇਡੀਓ ਦੇ ਬੰਦੇ ਨੂੰ ਜਦੋਂ ਮੈਂ ਕਿਹਾ, ਕੈਨੇਡਾ ਦੇ ਵਿੱਚ ਬਹੁਤ ਵੱਡਾ ਰੇਡੀਓ, ਉਹਨੂੰ ਮੈਂ ਕਿਹਾ ਯਾਰ ਪੰਜਾਬ ਤੋਂ ਬਾਹਰਲੀ ਵੀ ਗੱਲ ਕਰ ਲਿਆ ਕਰੀਏ ਕਰੇ, ਤਾਂ ਉਹਦਾ ਮੈਨੂੰ ਕਹਿਣਾ ਸੀਗਾ ਕਿ ਜਾਂ ਤਾਂ ਸੋਨੀਆ ਮਰ ਗਈ, ਜਾਂ ਫਿਰ ਜਿਹੜਾ ਉਸ ਸਮੇਂ ਮੈਨੂੰ ਹੁੰਦਾ ਸੀਗਾ ਵਾਜਪੇਈ ਹੁੰਦਾ ਸੀ, ਮੋਦੀ ਸੀਗਾ, ਵਾਜਪੇਈ ਮਰ ਗਿਆ, ਫਿਰ ਆਪਾਂ ਖਬਰ ਦੇਵਾਂਗੇ, ਇਸ ਤੋਂ ਵੱਧ ਨਹੀਂ ਦੇਣੀ। ਟੀਚਰ ਸੀ ਮਤਲਬ ਉਹਦੀ। ਪਰ ਜਿਵੇਂ ਆਮ ਆਦਮੀ ਪਾਰਟੀ ਆਈ ਪੰਜਾਬ ਦੇ ਵਿੱਚ, ਫਿਰ ਦਿੱਲੀ ਦੇ ਵਿੱਚ ਆਈ, ਉਹ ਸਾਰਾ ਜਿਹੜਾ ਚਾਅ ਚੜਿਆ ਨਾ, ਉਸ ਤੋਂ ਬਾਅਦ ਵਿੱਚ ਸਾਡਾ ਇਹ ਮੀਡੀਆ ਨਾ, ਜਿਹੜਾ ਖਾਸ ਕਰਕੇ ਮੈਂ ਆਪਣੇ ਇਸ ਮੀਡੀਆ ਦੀ ਗੱਲ ਕਰਦਾ, ਪ੍ਰਵਾਸੀ ਮੀਡੀਆ ਦੀ, ਤੇ ਉਹ ਫਿਰ ਜ਼ਿਆਦਾਤਰ ਫਿਰ ਪੰਜਾਬ ਤੋਂ ਬਾਹਰ ਵੀ ਝਾਕਣ ਲੱਗ ਗਿਆ। ਇਹ ਤੋਂ ਪਹਿਲਾਂ ਤੁਸੀਂ ਨੋਟ ਕਰ ਲਿਓ ਵੀ 2012 ਤੋਂ ਪਹਿਲਾਂ ਕਿੰਨਾ ਝਾਕਦਾ ਹੁੰਦਾ ਸੀ, ਬਹੁਤ ਘੱਟ ਝਾਕਦਾ। ਮੈਂ ਤਾਂ ਐਵੇਂ ਤੁਹਾਨੂੰ ਆਖਿਆ ਜੀ, ਮੈਂ ਤਾਂ ਜਦੋਂ ਬਾਹਲਾ ਰੇਡੀਓ ਸ਼ੁਰੂ ਹੋਇਆ, ਮੇਰਾ ਤਾਂ ਬਾਹਰਲੇ ਮੀਡੀਆ ਨਾਲ ਉਦੋਂ ਹੀ ਵਾਹ ਪਿਆ, ਕਿਉਂਕਿ ਮੈਂ ਤਾਂ ਪਹਿਲਾਂ ਟੈਲੀਵਿਜ਼ਨ 'ਚ ਹੀ ਕੰਮ ਕੀਤਾ, ਰੇਡੀਓ 'ਚ ਤਾਂ ਮੈਨੂੰ ਬਾਹਰ ਤਾਂ ਕੋਈ ਉਦੋਂ ਜਾਣਦਾ ਹੀ ਨਹੀਂ ਸੀ, ਹਾਂਜੀ। ਕਿਉਂਕਿ ਇੰਡੀਆ ਵਿੱਚ ਜ਼ਰੂਰ ਉਦੋਂ, ਕਿਉਂਕਿ ਇਹ ਚੈਨਲ ਬਾਹਰ ਦੇਖੇ ਨਹੀਂ ਸੀ ਜਾਂਦੇ, ਤੇ ਮੈਨੂੰ ਕੋਈ ਜਾਣਦਾ ਵੀ ਨਹੀਂ ਸੀ, ਐਵੇਂ ਫਰੈਂਕਲੀ ਤੁਹਾਨੂੰ ਕਹਾਂ, ਠੀਕ ਹੈ। ਪਰ ਇੰਨਾ ਕੁ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਕਈ ਥਾਵਾਂ ਦੇ ਉੱਤੇ ਵੀ, ਜਦੋਂ ਮੈਂ ਇਹ ਆਈਡੀਆ ਨਾਲ ਆਇਆ ਕਿ ਬਾਹਰ ਜਿਹੜੀਆਂ ਖਬਰਾਂ ਹੁਣ ਤਾਂ ਥੋੜ੍ਹੀਆਂ ਜਿਹੀਆਂ ਅਪਡੇਟਡ ਜਾਣ ਲੱਗ ਪਈਆਂ, ਨਹੀਂ ਤਾਂ ਬਹੁਤੀਆਂ ਜਿਹੜੀਆਂ ਸੀ ਉਹ 24 ਘੰਟੇ ਲੇਟ ਹੀ ਪਹੁੰਚਦੀਆਂ ਸੀ। ਸਹੀ ਗੱਲ ਹੈ। ਅੱਜ ਫਿਰ ਉਦੋਂ ਮਤਲਬ ਨਾ ਇੱਕ ਉਹ ਚੀਜ਼ ਖਾਸ ਹੈ ਕਿ ਉੱਥੇ ਹੁਣ ਚਾਅ ਬਥੇਰਾ ਚੜਿਆ ਹੋਇਆ ਵਾ ਉਹਦੇ ਵਿੱਚ। ਬਾਕੀ ਇਹਨੂੰ ਦੇਖਣ ਲਈ ਨਾ ਸਾਨੂੰ ਇਤਿਹਾਸ ਦੇਖਣਾ ਪਏਗਾ ਪੰਜਾਬ ਦਾ ਤੇ ਬੰਗਾਲ ਦਾ। ਪੰਜਾਬ ਤੇ ਬੰਗਾਲ ਦੀ ਬਹੁਤ ਸਾਂਝ ਹੈਗੀ ਹੈ। ਇਹ ਸਾਂਝ ਨੂੰ ਤੁਸੀਂ ਜਿਵੇਂ ਹੁਣ ਕਿਸਾਨ ਜਥੇਬੰਦੀਆਂ ਗਈਆਂ ਸੀ ਨਾ ਪ੍ਰਚਾਰ ਕਰਨ, ਮੈਂ ਉਸੇ ਤੇ ਗੱਲ ਆ ਰਿਹਾ ਸੀ। ਉਹ ਸਾਂਝ ਦਾ ਹੀ ਵਾਸਤਾ ਪਾ ਰਹੀਆਂ ਸੀਗੀਆਂ ਕਿ ਅਸੀਂ ਭਾਈ ਤੁਹਾਡੇ ਕੋਲ ਚੱਲ ਕੇ ਆਏ ਆ, ਸਾਡੀ ਸਾਂਝ ਜਿਹੜੀ ਹੈਗੀ ਆ ਪੁਰਾਣੀ ਸਾਂਝ ਹੈ ਤੁਹਾਡੇ ਨਾਲ। ਉਹ ਫਿਰ ਲਾਲਾ ਹਰਦਿਆਲ ਦੀ ਸਾਂਝ, ਲਾਲਾ ਹਰਦਿਆਲ ਤੋਂ ਜਾ ਕੇ ਗਦਰੀ ਮੂਵਮੈਂਟ ਦੀ ਸਾਂਝ ਦੀ ਗੱਲ ਕਰਦੇ ਹੋਏ ਫਿਰ ਉਹ ਜਾ ਕੇ ਜਿਹੜਾ ਦੱਸਦੇ ਸੀਗੇ ਕਿ ਭਗਤ ਸਿੰਘ ਦਾ ਜਿਹੜਾ ਅਸ਼ਫਾਕ ਉੱਲਾ ਖਾਨ ਨਾਲ ਕੀ ਰਿਸ਼ਤਾ ਹੈਗਾ। ਇਹ ਜਿਹੜੀਆਂ ਪੁਰਾਣੀਆਂ ਸਾਂਝਾਂ ਸੀਗੀਆਂ ਗਦਰੀਆਂ ਦੀਆਂ ਸਾਂਝਾਂ, ਭਗਤ ਸਿੰਘ ਦੀ ਨੌਜਵਾਨ ਸਭਾ ਦੀਆਂ ਸਾਂਝਾਂ, ਫਿਰ ਪੰਜਾਬੀਆਂ ਨੇ ਬੰਗਾਲ 'ਚ ਜਾ ਕੇ ਕਾਰੋਬਾਰ ਕੀਤੇ ਨੇ ਤੇ ਟਰੱਕ ਚਲਾਏ ਹੋਏ ਹੈਗੇ ਨੇ, ਉਹ ਸਾਂਝਾਂ ਦੱਸਦੇ ਨੇ। ਫਿਰ ਜਦੋਂ 84 ਦਾ ਕਤਲੇਆਮ ਹੋਇਆ ਤੇ ਉਦੋਂ ਬਹੁਤ ਸਾਰੇ ਸਿੱਖਾਂ ਨੂੰ ਕਈ ਜਗ੍ਹਾ ਮਾਰਿਆ ਗਿਆ ਹੈ ਤੇ ਉਹਦੇ ਵਿੱਚੋਂ ਉਸ ਸਮੇਂ ਜੋਤੀ ਬਾਸੂ ਮੁੱਖ ਮੰਤਰੀ ਹੁੰਦਾ ਸੀਗਾ ਬੰਗਾਲ ਦਾ। ਉਹਨੇ ਆਪਣੇ ਬੰਗਾਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣ ਦਿੱਤਾ। ਉਹ ਅੱਜ ਕੱਲ੍ਹ ਲੋਕ ਹਾਲੇ ਵੀ ਮੈਨੂੰ ਸੁਣਾਉਂਦੇ ਨੇ ਜਦੋਂ ਮੈਂ ਮਿਲਦਾ ਉਸ ਵੇਲੇ ਦੇ ਲੋਕਾਂ ਨੂੰ ਵੀ ਸਾਨੂੰ ਅਸੀਂ ਉਦੋਂ ਮੇਰੀ ਬੰਗਾਲ ਗਵਰਨਮੈਂਟ ਦੇ ਹਿੰਮਤ ਨਾਲ ਅਸੀਂ ਕਿਵੇਂ ਬਚੇ। ਅੱਛਾ, ਫਿਰ ਉੱਥੇ ਬੰਗਾਲ ਦੀ ਜਿਹੜੀ ਇਦੋਂ ਗਾਹਾਂ ਸਾਂਝ ਜਿਹੜੀ ਹੈਗੀ ਆ, ਉੱਥੇ ਕਲਚਰਲੀ ਸਾਂਝ ਬਹੁਤ ਆ ਸਾਡੇ ਪੰਜਾਬੀ ਦੇ। ਸੁਜਾਨ ਸਿੰਘ ਕਹਾਣੀਕਾਰ ਆ, ਉਹਦਾ ਬਚਪਨ ਜਿਹੜਾ ਉੱਥੇ ਗੁਜ਼ਰਿਆ, ਉਹਨੇ ਮਤਲਬ ਬਹੁਤ ਸਾਰੇ ਲੋਕਾਂ ਨੇ ਸ਼ਾਇਦ ਉਹਦੀ ਬਿਲਕੁਲ। ਨਾਲੇ ਸਭ ਤੋਂ ਵੱਡੀ ਗੱਲ ਤਾਂ ਆਜ਼ਾਦੀ ਜਦੋਂ ਭਾਰਤ ਦਾ ਨਿਰਮਾਣ ਹੁੰਦਾ, ਭਾਰਤ ਪਾਕਿਸਤਾਨ ਦਾ ਵੰਡਿਆ ਤਾਂ ਬੰਗਾਲ ਹੀ ਗਿਆ ਜਾਂ ਪੰਜਾਬ।
ਜਦੋਂ ਵੰਡ ਹੋਈ ਉਹ ਦੋ ਸੂਬਿਆਂ ਨੇ ਸਹੀ ਹੈਗੀ ਆ, ਕੌਮ ਪ੍ਰਸਤੀ ਇਹਨਾਂ ਦੋ ਸੂਬਿਆਂ 'ਚ, ਬਹਾਦਰੀ ਇਹਨਾਂ ਦੋ ਸੂਬਿਆਂ ਦੇ ਵਿੱਚ ਹੈ। ਸੋ ਆਹ ਸਾਂਝਾਂ ਨੇ, ਆਹੀ ਸਾਂਝਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ, ਇਹਦੇ ਵਿੱਚੋਂ 50% ਸਾਂਝਾਂ ਕਿਸਾਨਾਂ ਨੇ ਦੱਸੀਆਂ ਸੀਗੀਆਂ ਉੱਥੇ ਜਾ ਕੇ, ਕਿਉਂਕਿ ਉਹਨਾਂ ਦਾ ਮੇਨ ਧਿਆਨ ਰਿਹਾ ਬਹਾਦਰੀ ਉੱਤੇ, ਗਦਰ ਮੂਵਮੈਂਟ ਉੱਤੇ, ਭਗਤ ਸਿੰਘ ਦੇ ਉੱਤੇ। ਤੇ ਜਿਹੜੀਆਂ ਕੁਝ ਸਾਂਝਾਂ ਆਪਣੀ ਬਿਜ਼ਨਸ ਵਾਲੀਆਂ ਜਾਂ ਹੋਰ ਸਾਂਝਾਂ ਨੇ, ਲਿਟਰੇਰੀ ਸਾਂਝਾਂ, ਮੈਂ ਤੁਹਾਨੂੰ ਕੁਛ ਐਡ ਕਰਕੇ ਹੋਰ ਦੱਸ ਰਿਹਾ ਹੈਗਾ। ਸੋ ਆਹ ਸਾਂਝਾਂ ਨੇ ਸਾਡੀਆਂ। ਸੋ ਇਸ ਕਰਕੇ ਇਹ ਇਕੱਲਾ ਆਈ ਨਹੀਂ, ਮੈਨੂੰ ਤਾਂ ਸਗੋਂ ਬੰਗਾਲੀ ਬਹੁਤ ਸਾਰੇ ਮੇਰੇ ਮਿੱਤਰ ਹੈਗੇ ਨੇ, ਉਹ ਦੱਸਦੇ ਨੇ ਕਿ ਜਦੋਂ ਪੰਜਾਬ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ, ਜਿਵੇਂ ਆਮ ਆਦਮੀ ਪਾਰਟੀ ਵਾਲੀ ਘਟਨਾ ਵਾਪਰੀ ਸੀ, ਸਾਨੂੰ ਵੀ ਕਹਿੰਦਾ ਇੰਨਾ ਹੀ ਚਾਅ ਹੁੰਦਾ ਸੀਗਾ। ਮਤਲਬ ਵੀ ਕਹਿਣ ਦਾ ਮਤਲਬ, ਕਿਉਂਕਿ ਸਾਡੇ ਕੋਲ ਖਬਰ ਨਹੀਂ ਪਹੁੰਚਦੀ ਨਾ ਵੀ ਦੂਜਾ ਸੂਬਾ ਪੰਜਾਬ ਨੂੰ ਕਿਵੇਂ ਦੇਖ ਰਿਹਾ ਹੈਗਾ, ਤੇ ਸਾਡੇ ਕੋਲ ਉਹ ਖਬਰ ਨਹੀਂ ਆਉਂਦੀ ਹੈਗੀ। ਉਹ ਕਹਿੰਦੇ ਸਾਨੂੰ ਵੀ ਇੰਨਾ ਹੀ ਚਾਅ ਸੀਗਾ ਵੀ ਜਦੋਂ ਕਿਸਾਨ ਮੂਵਮੈਂਟ ਆਈ ਹੈ, ਕਹਿੰਦੇ ਪੰਜਾਬ ਦੇ ਵਿੱਚ ਉੱਠੀ ਹੈ, ਤੇ ਸਾਨੂੰ ਵੀ ਇੰਨਾ ਹੀ ਚਾਅ ਸੀਗਾ ਵੀ ਪੰਜਾਬ ਜਿਹੜਾ ਹੈਗਾ ਸਮੇਂ-ਸਮੇਂ ਤੇ ਜਦੋਂ ਕੋਈ ਵੱਡਾ ਕੰਮ ਕੀਤਾ, ਜਾਂ ਬੰਗਾਲ ਨੇ ਕੀਤਾ ਜਾਂ ਪੰਜਾਬ ਨੇ, ਹੁਣ ਪੰਜਾਬ ਅੱਗੇ ਲੱਗਿਆ ਤੇ ਕੋਈ ਨਵਾਂ ਵਧੀਆ ਕੰਮ ਕਰੇਗਾ। ਸੋ ਇਹ ਜਿਹੜੀਆਂ ਸਾਂਝਾਂ ਨੇ ਸਾਡੀਆਂ ਦੋਹੇ ਸੂਬਿਆਂ ਦੀਆਂ। ਬਿਲਕੁਲ ਬਿਲਕੁਲ। ਪਰ ਮੈਂ ਉਹੀ ਗੱਲ ਕਰ ਰਿਹਾ ਸੀਗਾ, ਸਾਂਝਾਂ ਤਾਂ ਸੀਗੀਆਂ, ਪਰ ਗੱਲ ਜਿੱਥੇ ਆ ਰਹੀ ਸੀ, ਅਬ ਤੇਰਾ ਕਿਆ ਹੋਗਾ ਨਮੋ, ਕਿਉਂਕਿ ਉੱਥੇ ਤਾਂ ਉਹ ਦੀਦੀ ਸੀ ਕਿ ਇਹਨਾਂ ਦੀ ਜਿਹੜੀ ਘਟਨਾਕ੍ਰਮ ਹੈ, ਨਰਿੰਦਰ ਮੋਦੀ ਜੀ ਟਰੋਲ ਹੋ ਰਹੇ ਨੇ, ਸਾਰਾ ਕੁਝ ਹੋ ਰਿਹਾ ਹੈ। ਹੁਣ ਕੀ ਲੱਗਦਾ, ਕਿਉਂਕਿ ਨਹੀਂ ਤਾਂ ਜੇ ਜਿੱਤ ਜਾਂਦੇ ਹੁਣ ਨੂੰ ਤਾਂ ਮੈਨੂੰ ਲੱਗਦਾ ਡਾਂਗਵਾਈ ਹੋਣੀ ਸੀਗੀ ਸਿੰਘੂ ਬਾਰਡਰ ਤੇ ਗਾਜੀਪੁਰ ਬਾਰਡਰ। ਦੇਖੋ ਮੋਦੀ ਦੇ ਨੂੰ ਨਾ ਜਿਹੜੀ ਲੜਾਈ ਹੈ, ਜੇ ਤਾਂ ਆਪਾਂ ਇਹੀ ਕਹਿੰਦੇ ਆ ਵੀ ਬੰਗਾਲ ਚੋਂ ਹਾਰਨ ਤੋਂ ਬਾਅਦ ਵੀ ਮੋਦੀ ਹਾਰ ਗਿਆ, ਨਹੀਂ, ਇੰਨਾ ਸੌਖਾ ਨਹੀਂ ਕੰਮ ਹੈਗਾ। ਮੋਦੀ ਨੂੰ ਹਰਾਉਣ ਦੇ ਲਈ ਦੋ ਢੰਗ ਨਾਲ ਹਰਾਉਣਾ ਪੈਣਾ। ਇੱਕ ਤਾਂ ਵੋਟਾਂ ਵਾਲਾ ਸਿਸਟਮ ਹੈ, ਇੱਕ ਵਿਚਾਰਧਾਰਕ ਤੌਰ ਤੇ, ਕਿਉਂਕਿ ਮੋਦੀ ਦੀ ਸੋਚ ਵਾਲੇ ਬੰਦੇ ਨਾ ਸਾਡੇ ਗਲੀ ਮੁਹੱਲੇ ਵਿੱਚ ਜੰਮ ਪਏ ਨੇ, ਸਾਡੇ ਘਰਾਂ 'ਚ ਜੰਮ ਪਏ, ਸਾਡੀਆਂ ਸੁਸਾਇਟੀਆਂ ਦੇ ਵਿੱਚ ਜੰਮ ਪਏ ਹੈਗੇ ਨੇ। ਉਹ ਸੋਚ ਜਿਹੜੀ ਨਫ਼ਰਤ ਵਾਲੀ ਸੋਚ ਆ, ਉਹਨੂੰ ਆਪਣੀ ਜਿਹੜੀ ਵਿਚਾਰਧਾਰਕ ਊਰਜਾ ਨਾਲ ਕਿਵੇਂ ਤੁਸੀਂ ਮਾਤ ਦਓ। ਇੱਕ ਇਹ ਸਭ ਤੋਂ ਵੱਡੀ ਹੈ ਵੀ ਤੁਹਾਡੀ ਜਿਹੜੀ ਸੁਸਾਇਟੀ ਹੈ, ਕਿਉਂਕਿ ਜਿਹੜੀ RSS ਕੰਮ ਕਰਦੀ ਹੈ ਨਾ, ਉਹ ਪਹਿਲਾਂ ਵੋਟਾਂ ਨਾਲ ਨਹੀਂ ਕੰਮ ਕਰਦੀ, ਉਹ ਬੜਾ ਕੁਝ ਕਰਦੀ ਹੈ। ਥੋੜੇ ਕਲਚਰ 'ਚ ਘੁਸਪੈਠ ਕਰਕੇ ਆਪਣੀਆਂ ਜਿਹੜੀਆਂ ਵੈਲਿਊਜ਼ ਨੇ, ਕਿਉਂਕਿ ਜੇ ਕੋਈ ਵੀ ਫਾਸਿਸਟ ਹੈ ਉਹ ਕੰਮ ਏਦਾਂ ਹੀ ਕਰਦਾ, ਉਹ ਤੁਹਾਡੇ ਕਲਚਰ ਦੇ ਵਿੱਚ ਘੁਸਪੈਠ ਕਰਕੇ ਫਿਰ ਆਪਣੀਆਂ ਬਿਲਕੁਲ ਡਾਈਜੈਸਟ ਕਰਦੇ ਨੇ, ਬਸ ਸਿੱਧੀ ਗੱਲ ਮੈਂ ਤੁਹਾਨੂੰ ਕਹਾਂ। ਹਾਂ, ਤੇ ਸੋ ਇਸ ਕਰਕੇ ਉਹਦੇ ਲਈ ਦੋਹਰੀ ਲੜਾਈ ਲੜਨੀ ਪੈਣੀ ਆ। ਇੱਕ ਤਾਂ ਵਿਚਾਰਾਂ ਵਾਲੀ ਲੜਾਈ, ਦੂਜੀ ਵੋਟਾਂ ਵਾਲੀ। ਅੱਛਾ, ਪੰਜਾਬ ਤਾਂ ਮੈਨੂੰ ਬਿਲਕੁਲ ਨਹੀਂ ਲੱਗਦਾ ਕਿ ਪੰਜਾਬ ਜਿਹੜਾ BJP ਐਜ਼ ਏ ਪੰਜਾਬੀ ਕਹਿ ਰਿਹਾ ਮੈਂ ਕਿ BJP ਨੂੰ ਕਬੂਲ ਕਰੇਗਾ, ਪਰ ਇੱਥੇ ਹੋਰ ਚਾਲਾਂ ਚੱਲੀਆਂ ਜਾਣਗੀਆਂ। ਇੱਥੇ ਇੱਕ ਨਵੀਂ ਪਾਰਟੀ ਹੈ ਜਿਹੀ ਉਭਾਰੀ ਜਾਏਗੀ, ਜਿਹਨੂੰ ਕਿ ਭਾਵੇਂ ਪੰਥਕ ਪਾਰਟੀ ਕਹਿ ਲਓ, ਉਹਦੇ ਅਕਾਲੀ ਦਲ ਨਾਲ ਰੁੱਸੇ ਹੋਏ ਬੰਦੇ ਹੋ ਸਕਦੇ ਨੇ, ਜਾਂ ਕਿਸਾਨ ਮੋਰਚੇ ਵਿੱਚੋਂ ਜਿਹੜਾ ਨਵਾਂ ਪ੍ਰਵਚਨ ਚਲਾਉਣ ਵਾਲੇ ਬੰਦੇ ਹੋ ਸਕਦੇ ਹੈਗੇ ਨੇ। ਸੋ ਉਹਨਾਂ ਨੂੰ ਜਿਹੜਾ ਲਿਆਂਦਾ ਜਾਏਗਾ, ਉੱਥੇ ਮਤਲਬ ਇੱਕ ਹੋਰ ਪਾਰਟੀ ਥਰੂ ਜਾਂ ਕਿਸੇ ਹੋਰ ਵਿਸਾਖੀ ਥਰੂ BJP ਐਂਟਰੀ ਕਰਨ ਦੀ ਕੋਸ਼ਿਸ਼ ਕਰੂਗੀ। ਉਹਦੇ ਤੋਂ ਪੰਜਾਬੀਆਂ ਨੂੰ ਸੁਚੇਤ ਰਹਿਣਾ ਪਏਗਾ। ਇਹ ਵੀ ਤੁਸੀਂ ਜਿਹੜੀ ਗੱਲ ਕਹੀ ਹੈ, ਕਿਉਂਕਿ ਦੇਖੋ ਪੰਜਾਬ ਦੇ ਆਪਾਂ ਰੌਲਾ ਤਾਂ ਬਹੁਤ ਪਾਈ ਜਾਂਦੇ ਆ। ਮੈਂ ਹੁਣ ਬੜਾ ਇੱਕ ਸਿੰਪਲ ਜਿਹਾ ਐਗਜ਼ਾਮਪਲ ਦਿੰਦਾ। ਦੇਖੋ ਹੁਣ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਨਵਰਸ਼ਨ ਜਿਹੜੀ ਹੋਈ ਆ ਉਹ ਦਲਿਤਾਂ ਦੀ ਹੋਈ ਆ ਕ੍ਰਿਸਚਨਿਜ਼ਮ 'ਚ। ਹੁਣ ਦੇਖੋ, ਜੇ ਤੁਸੀਂ ਕਿਸੇ ਦਾ ਕਲਚਰ ਹੈ ਨਾ, ਸਾਡਾ ਕਲਚਰ ਲੰਗਰ ਲਾਉਣਾ ਹੈ, ਇਹ ਕਲਚਰ ਹੈ ਸਾਡਾ ਪੰਜਾਬੀਆਂ ਦਾ, ਕਿਉਂਕਿ ਧਰਮ ਦੇ ਨਾਲ ਨਾਲ ਇਹ ਸਾਡਾ ਕਲਚਰ ਵੀ ਬਣ ਚੁੱਕਿਆ ਹੈ। ਦੂਜਾ ਅਸੀਂ ਕੱਢਦੇ ਹਾਂ ਹਰੇਕ ਕੋਈ ਵੀ ਜਦੋਂ ਸਾਡਾ ਧਾਰਮਿਕ ਸਮਾਗਮ ਹੁੰਦਾ ਤੇ ਅਸੀਂ ਕੀ ਕਹਿੰਦੇ ਆ, ਨਗਰ ਕੀਰਤਨ ਤੌਰ ਦੇ ਉੱਤੇ ਕੱਢਦੇ। ਹੁਣ ਤੁਸੀਂ ਨੋਟ ਕਰੋ ਕਿ ਕ੍ਰਿਸਚਨਾਂ ਦਾ ਨਗਰ ਕੀਰਤਨ ਨਾਲ ਤੇ ਲੰਗਰ ਨਾਲ ਤਾਂ ਕੋਈ ਲੈਣ ਦੇਣ ਨਹੀਂ, ਪਰ ਹੁਣ ਦੇਖੋ ਪਿਛਲੇ ਸਮੇਂ ਦੇ ਵਿੱਚ ਦੋਹੇ ਕੰਮ ਸ਼ੁਰੂ ਹੋ ਗਏ ਨੇ। ਇਹਦਾ ਮਤਲਬ ਉਹਨਾਂ ਨੇ ਜਦੋਂ ਕਿਸੇ ਬੰਦੇ ਨੂੰ ਡਾਈਜੈਸਟ ਕਰਨਾ, ਕੁਝ ਵੀ ਕਰਨਾ, ਆਪਦੇ ਵਿੱਚ ਕਰਨਾ, ਤਾਂ ਉਹਦਾ ਕਲਚਰ ਦੇ ਵਿੱਚ ਵੜਨਾ ਪੈਂਦਾ। ਕਲਚਰ ਦੇ ਰਾਹੀਂ ਇਵੇਂ ਮੈਨੂੰ ਕੋਈ ਦੱਸ ਰਿਹਾ ਸੀਗਾ ਕਿ ਜਦੋਂ ਮੈਂ ਨਾਂ ਭੁੱਲ ਗਿਆ, ਇੱਥੋਂ ਦਾ ਇੱਕ ਰਿਲੀਜਨ ਸੀਗਾ ਯੂਰਪ ਦਾ, ਉਹ ਹੁਣ ਥੋੜ੍ਹਾ ਜਿਹਾ ਉੱਠਿਆ ਕਈ ਸਾਲਾਂ ਬਾਅਦ। ਕਹਿੰਦੇ ਉਹਨਾਂ ਦਾ ਜਿਹੜਾ ਆਹ ਤੁਹਾਡਾ ਵਾਟ ਯੂ ਕਾਲ ਕ੍ਰਿਸਮਸ ਟਰੀ ਤੇ ਅੱਗ ਪੂਜਣੀ, ਇਹ ਵੀ ਕਹਿੰਦੇ ਕ੍ਰਿਸਚਨਿਟੀ ਦਾ ਕੋਈ ਨਹੀਂ ਸੀ, ਉਹਨਾਂ ਉਸੇ ਕਰਕੇ ਹੋਇਆ। ਸੋ ਕਹਿਣ ਤੋਂ ਭਾਵ ਜਿਵੇਂ ਹੁਣ RSS ਦੇ ਵਿੱਚ ਦੇਖੋ, ਹੁਣ ਗੁਰੂ ਤੇਗ ਬਹਾਦਰ ਜੀ ਦੇ ਜਿਹੜਾ ਜਨਮ ਦਿਹਾੜੇ ਨੂੰ, ਪ੍ਰਕਾਸ਼ ਪੁਰਬ ਨੂੰ ਜਿਹੜਾ ਕਿੰਨਾ ਐਲੈਬੋਰੇਟ ਕੀਤਾ ਇਹਨਾਂ ਨੇ, ਮੱਥਾ ਟੇਕਣ ਗਏ ਆ, ਹੋਰ ਕੀਤੇ ਗਏ, ਹਿੰਦ ਦੀ ਚਾਦਰ, ਸਾਡੇ ਹਿੰਦੂਆਂ ਦੇ ਪ੍ਰੋਟੈਕਟਰ। ਕਹਿਣ ਤੋਂ ਭਾਵ ਵੀ ਸਿੱਖਾਂ ਨਾਲ ਰਿਸ਼ਤੇਦਾਰੀਆਂ, ਅੰਦਰਲੀ ਸਾਂਝ, ਤੇ ਇੱਕ ਇਹ ਵੀ ਕਹਿਣਾ ਕਿ ਇਹ ਤਾਂ ਸਾਡੇ ਸੇਵੀਅਰਸ ਨੇ, ਸਾਨੂੰ ਬਚਾਉਂਦੇ ਨੇ, ਸਨਾਤਨ ਧਰਮ ਨੂੰ ਬਚਾਉਣ ਵਾਲੇ ਸਿੱਖ ਨੇ। ਤਾਂ ਕਿਤੇ ਇਹ ਨਹੀਂ ਕਹਿੰਦੇ ਕਿ ਸਿੱਖ ਜਿਹੜਾ ਸਾਡੇ ਤੋਂ ਅਲੱਗ ਹੈ। ਇਹ ਹਮੇਸ਼ਾ ਦੇਖੋ, ਮੈਂ ਪੁਰੀ ਵੀ ਗਿਆ, ਉੱਥੇ ਵੀ ਇਹੀ ਗੱਲ ਸੀ ਕਿ ਪੁਰੀ ਮੰਦਿਰ ਦੇ ਵਿੱਚ ਗੈਰ ਹਿੰਦੂ ਨੂੰ ਵੜਨਾ ਮਨਾਹੀ ਹੈ, ਪਰ ਸਿੱਖਾਂ ਲਈ ਅਲਾਊਡ ਹੈ। ਸਿੱਖਾਂ ਲਈ ਅਲਾਊਡ ਹੈ। ਤੇ ਗੁਜਰਾਤ ਦੇ ਵਿੱਚ ਵੀ ਇੱਕ ਸੋਮਨਾਥ ਮੰਦਿਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਗੈਰ ਮੁਸਲਮਾਨ ਲਈ ਵੜਨਾ ਮਨਾਹੀ ਹੈ, ਗੈਰ ਹਿੰਦੂ ਲਈ, ਸੌਰੀ, ਪਰ ਉਹਦੇ ਵਿੱਚ ਸਿੱਖ ਵੜ ਸਕਦੇ ਹੈਗੇ ਨੇ। ਪਰ ਜਿਹੜੀ ਤੁਹਾਡੀ ਨਾ ਇੱਕ ਦਲੀਲ ਆ, ਉਹਨੂੰ ਮੈਂ ਥੋੜਾ ਜਿਹਾ ਦਰੁਸਤ ਕਰਾਂਗਾ, ਕਿਉਂਕਿ ਦਰੁਸਤ ਕੀ ਕਰਾਂਗਾ, ਉਹਦੇ ਵਿੱਚ ਨਾ ਦਲੀਲ ਤੁਸੀਂ
ਸੋਚ ਪ੍ਰਸੰਗ ਦਿੱਤੀ ਹੈ, ਪਰ ਉਹਦੇ ਵਿੱਚ ਨਾ ਕਈ ਵਾਰ ਅਰਥ ਗਲਤ ਨਿਕਲ ਜਾਂਦੇ ਨੇ। ਉਹ ਕੀ ਹੈ ਕਿ ਦੇਖੋ ਕ੍ਰਿਸਚਨ ਪੰਜਾਬ ਦੇ ਵਿੱਚ ਬਣੇ ਹੈਗੇ ਨੇ, ਬਹੁਤੇ ਦਲਿਤ ਭਾਈਚਾਰੇ ਦੇ ਵਿੱਚੋਂ ਬਣੇ ਹੈਗੇ ਨੇ। ਇਹਦਾ ਮਤਲਬ ਉਹਦਾ ਕਾਰਨ ਹੋਰ ਹੈ, ਕਿਉਂਕਿ ਅਸੀਂ ਸਾਡੇ ਜਿਹੜਾ ਸਿੱਖ ਸਮਾਜ ਆ ਵੱਡਾ, ਉਹਨਾਂ ਨੇ ਮਤਲਬ ਉਸ ਤਰ੍ਹਾਂ ਦਲਿਤ ਭਾਈਚਾਰੇ ਨੂੰ ਜਿਹੜੀ ਹੈਗੀ ਆਪਣੀ ਜਗ੍ਹਾ ਨਹੀਂ ਦਿੱਤੀ ਜਿਵੇਂ ਹਿੰਦੂ ਭਾਈਚਾਰੇ ਨੇ ਦਿੱਤੀ। ਪਰ ਇਹਦੇ ਵਿੱਚ ਵੀ ਬੜੀ ਕਮਾਲ ਦੀ ਚੀਜ਼ ਪਤਾ ਕੀ ਹੈ, ਬੀਜੇਪੀ ਜਦੋਂ ਪੰਜਾਬ 'ਚ ਆਪਣੇ ਪੈਰ ਲਾਊਗੀ ਨਾ, ਉਹ ਫਿਰ ਸਿੱਖਾਂ, ਕਿਉਂਕਿ ਬੀਜੇਪੀ ਦੇ ਦੋ ਦੁਸ਼ਮਣ ਹੈਗੇ ਨੇ ਵੱਡੇ ਧਰਮਾਂ ਦੇ ਆਧਾਰ ਤੇ, ਪਹਿਲਾ ਮੁਸਲਮਾਨ, ਦੂਜਾ ਕ੍ਰਿਸਚਨ। ਉਹ ਪੰਜਾਬ ਦੇ ਵਿੱਚ ਕਹਿੰਦੀ ਹੈ, ਜਲੰਧਰ ਦੇ ਵਿੱਚ ਦੇਖੋ ਤੁਹਾਡੇ ਸਿੱਖ ਧਰਮ ਦੇ ਵਿੱਚੋਂ ਨਾ ਕ੍ਰਿਸਚਨ ਨਿਕਲ ਰਹੇ ਨੇ, ਤਾਂ ਜੋ ਕਿ ਉਹਨਾਂ ਕੰਮ ਹੈਗਾ ਪੋਲਰਾਈਜ਼ ਕਰਨਾ, ਵੀ ਜਾਂ ਤਾਂ ਸਿੱਖਾਂ ਨੂੰ ਈਸਾਈਆਂ ਦੇ ਵਿਰੁੱਧ ਖੜਾ ਕਰ ਦੋ ਜੇ ਮੁਸਲਮਾਨਾਂ ਦੇ ਵਿਰੁੱਧ ਨਹੀਂ ਹੁੰਦੇ ਇਹ ਪੰਜਾਬ ਦੇ ਵਿੱਚ, ਤੇ ਜਾਂ ਫਿਰ ਜੱਟ ਬਨਾਮ ਦਲਿਤ ਵਾਲਾ ਮੁੱਦਾ ਚਲਾ ਦੋ। ਉਹ ਚਲਾਏ ਵੀ ਨੇ। ਇਸ ਕਰਕੇ ਸਾਨੂੰ ਜਿਹੜਾ ਇਹ ਅਫਸੋਸ ਕਰਨ ਦੀ ਜਗ੍ਹਾ ਵੀ ਸਿੱਖਾਂ ਵੀ ਸਾਡੇ ਈਸਾਈ ਪੈਦਾ ਹੋ ਰਹੇ ਨੇ ਬਹੁਤੇ, ਸਾਨੂੰ ਇਹਦੇ ਵੱਲ ਧਿਆਨ ਰੱਖਣ ਦੀ ਲੋੜ ਹੈ ਵੀ ਈਸਾਈ ਕਿਉਂ ਪੈਦਾ ਹੋ ਰਹੇ ਨੇ, ਈਸਾਈ ਕਿਉਂ ਬਣ ਰਹੇ ਨੇ। ਦੇਖੋ ਕਿਸੇ ਬੰਦੇ ਨੂੰ ਆਪਣੇ ਧਰਮ 'ਚ ਜਾਣ ਦੀ ਆਜ਼ਾਦੀ ਹੈਗੀ ਹੈ, ਠੀਕ ਹੈ, ਤੇ ਜੇਕਰ ਕੋਈ ਤੁਹਾਡੇ ਸਿੱਖ ਧਰਮ 'ਚ ਜਾ ਰਿਹਾ ਉਹਦੀ ਮਰਜ਼ੀ ਹੈ, ਪਰ ਇਹ ਦੇਖੋ ਫਿਰ ਜੇ ਤੁਹਾਨੂੰ ਚਿੰਤਾ ਨਾ, ਦੇਖੋ ਫਿਰ ਵੀ ਕਿਉਂ ਬਣ ਰਹੇ ਨੇ। ਇਸ ਲਈ ਬਣ ਰਹੇ ਨੇ ਕਿਉਂਕਿ ਆਪਣੇ ਮਾਲਵੇ ਵਿੱਚ ਕਿੰਨੇ ਕੇਸ ਹੋਏ ਨੇ ਗੁਰਦੁਆਰਿਆਂ 'ਚ ਨਹੀਂ ਬਣ ਦਿੱਤਾ ਜਾਂਦਾ, ਗੁਰਦੁਆਰਿਆਂ ਦੇ ਵਿੱਚੋਂ ਅਨਾਉਂਸਮੈਂਟਾਂ ਹੁੰਦੀਆਂ ਨੇ। ਤਾਂ ਇਹ ਵੀ ਬੀਜੇਪੀ ਕੋਸ਼ਿਸ਼ ਕਰਦੀ ਹੈ ਕਿ ਜੇ ਮਤਲਬ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਬੀਜੇਪੀ ਨੇ 14 ਦੇ ਵਿੱਚ ਪੰਜਾਬ 'ਚ ਪੈਰ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਬਹੁਤ ਸਾਰੇ ਧਰਮ ਪਰਿਵਰਤਨ ਕਰਵਾਇਆ ਉਹਨੇ ਕ੍ਰਿਸਚਨਾਂ ਦਾ, ਤੇ ਧਰਮ ਵਾਪਸੀ ਕਰਵਾਈ ਵੀ ਮਤਲਬ ਜਿਹੜੇ ਕ੍ਰਿਸਚਨ ਬਣੇ ਸੀ ਨਾ ਦੁਬਾਰਾ ਸਿੱਖ ਧਰਮ 'ਚ ਲਿਆਂਦਾ, ਉੱਥੇ ਹਿੰਦੂ ਧਰਮ 'ਚ ਨਹੀਂ ਲਿਆਂਦਾ, ਸਿੱਖ ਧਰਮ 'ਚ ਲਿਆਂਦਾ। ਸਿੱਖ ਧਰਮ 'ਚ ਲਿਆ ਕੇ ਨਾਲ ਤਾਂ ਖੰਡਾ ਪਹਿਨਾਇਆ, ਕਿਰਪਾਨ ਪਹਿਨਾਈ, ਨਾਲ ਹੀ ਭਾਈ ਜੇਤਾ ਜੀ ਦਾ ਲੋਕਟ ਦਿੱਤਾ। ਹੁਣ ਸਿੱਖ ਧਰਮ 'ਚ ਤਾਂ ਜੇਤਾ ਜੀ ਦੇ ਲੋਕਟ ਦੀ ਕੋਈ ਤੁਕ ਬਣਦੀ ਨਹੀਂ ਹੈਗੀ, ਉਹ ਤੁਹਾਡੇ ਬਠਿੰਡੇ ਵਿੱਚ ਹੀ ਹੋਈ ਸੀ ਗੱਲਬਾਤ ਹੈ। ਸੋ ਇਸ ਕਰਕੇ ਇੱਥੇ ਬੀਜੇਪੀ ਨਾ ਸਿੱਖ ਭਾਈਚਾਰੇ ਤੇ ਦੋ ਢੰਗ ਨਾਲ ਅਟੈਕ ਕਰਨਾ ਚਾਹੁੰਦੀ ਹੈ। ਇੱਕ ਜੀ ਅਸੀਂ ਥੋੜੇ ਆ ਦੇਖੋ ਜੀ, ਅਸੀਂ ਥੋੜੇ ਧਰਮ ਦੇ ਵਿੱਚ ਪਰਿਵਰਤਨ ਕਰਾਉਣਾ ਚਾਹੁੰਦੇ ਹੈਗੇ ਆ। ਇੱਕ ਹਾਲਾਂਕਿ ਸਿੱਖ ਧਰਮ ਇਸ ਗੱਲ ਨੂੰ ਕਦੇ ਅਲਾਓ ਨਹੀਂ ਕਰਦਾ, ਉਹ ਇਸ ਗੱਲ 'ਚ ਆਜ਼ਾਦੀ ਹੈ ਸਿੱਖ ਧਰਮ ਦੇ ਵਿੱਚ ਵੀ ਜਿਹਨੇ ਮਰਜ਼ੀ ਜਾਓ। ਇਸੇ ਕਰਕੇ ਜਥੇਦਾਰ ਨੂੰ ਕਹਿਣਾ ਪਿਆ ਕਿ ਆਹ ਜਿਹੜੀ ਧਰਮ ਵਾਪਸੀ ਨੂੰ ਦਾਸੀ ਵਿਰੋਧ ਕਰਦੇ ਆ, ਉਸ ਸਮੇਂ ਦੇ ਜਥੇਦਾਰ ਨੇ ਕਿਹਾ ਸੀਗਾ। ਦੂਜੀ ਬੀਜੇਪੀ ਜਿਹੜਾ ਕੰਮ ਕਰੇਗੀ ਉਹ ਕਰੇਗੀ ਇੱਕ ਪਾਰਟੀ ਖੜੀ ਕਰਕੇ, ਇੱਕ ਤੀਜਾ ਕੰਮ ਹੋਏਗਾ ਜੱਟ ਬਨਾਮ ਨੌਨ ਦਲਿਤ। ਇਹਦੇ ਤੋਂ ਹੁਣ ਪੰਜਾਬੀਆਂ ਨੇ ਕਿਵੇਂ ਸੁਚੇਤ ਰਹਿਣਾ ਇਹ ਦੇਖਣਾ ਪਏਗਾ। ਬਿਲਕੁਲ, ਜਿਵੇਂ ਤੁਸੀਂ ਗੱਲਾਂ ਕੀਤੀਆਂ ਸਾਰੀਆਂ ਗੱਲਾਂ ਤੁਹਾਡੇ ਨਾਲ ਸੀਗੀਆਂ, ਪਰ ਹੁਣ ਜਦੋਂ ਆਪਾਂ ਦਲਿਤ ਭਾਈਚਾਰੇ ਦੀ ਗੱਲ ਕੀਤੀ ਹੈ ਤਾਂ ਵੈਕਸੀਨ ਮਾਮਲੇ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਦੇਖੋ ਹਰ ਕਿਸੇ ਨੇ ਲਵਾਉਣਾ, ਪਰ ਹੈਰਾਨੀ ਦੀ ਗੱਲ ਹੈ ਕਿ ਦਲਿਤਾਂ ਦੇ ਵਿੱਚ ਜਿਹੜਾ ਘਲੋਚਾ ਜਿਹਾ ਪਿਆ ਵਾ ਨਾ ਵੀ ਆਹ ਵੀ ਨਹੀਂ ਲਵਾਉਣਾ ਜੀ, ਇਹਦੇ ਨਾਲ ਆਏ ਹੋ ਜੂ, ਇਹਦੇ ਨਾਲ ਉਹ ਹੋ ਜੂ, ਇਹਦੇ ਨਾਲ ਨਪੁੰਸਕ ਹੋ ਜਾਓਗੇ, ਇਹਦੇ ਨਾਲ ਕੁੜੀਆਂ ਦੇ ਬੱਚੇ ਨਹੀਂ ਹੋਣੇ। ਮੈਂ ਜਿਹੜੇ ਵੀ ਕਿਸੇ ਗਰੀਬ ਪਰਿਵਾਰ ਨਾਲ ਗੱਲ ਕਰਦਾ ਪਹਿਲੇ ਅਸੀਂ ਨਹੀਂ ਲਵਾਉਣਾ ਜੀ, ਉਹ ਗੱਲ ਹੀ ਇਹੀ ਹੁੰਦੀ ਹੈ ਅਸੀਂ ਨਹੀਂ ਲਵਾਉਣਾ ਜੀ। ਮੈਂ ਉਹਨਾਂ ਨੂੰ ਮੈਂ ਕਿਹਾ ਹੋ ਕੀ ਗਿਆ, ਮੈਂ ਲਵਾ ਲਿਆ, ਮੇਰੀ ਬੱਚੀ ਲਵਾਉਣ ਨੂੰ ਤਿਆਰ ਆ, 18 ਸਾਲ ਦੀ ਬੱਚੀ ਹੁਣ ਹੋਈ ਆ, ਉਹ ਕਹਿੰਦੀ ਪਾਪਾ ਮੇਰੇ ਵੀ ਲਵਾ ਦਿਓ। ਠੀਕ ਆ, ਮੈਂ ਕਿਹਾ ਕੀ ਹੋ ਜਾਊਗਾ, ਪਰ ਨਹੀਂ, ਇਹ ਕੀ ਹੋ ਰਿਹਾ ਇਹਦੇ ਮਤਲਬ ਵੀ ਹਰ ਚੀਜ਼ ਦੇ ਉੱਤੇ ਕੋਈ ਚੈੱਕ ਹੀ ਨਹੀਂ ਕਰਦਾ। ਸਰਕਾਰਾਂ ਨੇ ਜਿਹੜੇ ਕੰਮ ਕਰਨੇ ਕਿ ਤੁਸੀਂ ਗਰੀਬਾਂ ਦੇ ਤਾਂ ਵੱਧ ਲਵਾ ਦਿਓ ਵਿਚਾਰਿਆਂ ਦੇ, ਜਿਨ੍ਹਾਂ ਦੇ ਲਈ ਚੀਜ਼ ਬਣੀ ਆਪਾਂ ਤਾਂ 2 ਪੈਸੇ ਵੀ ਲਵਾ ਕੇ ਲਾ ਲਾਂਗੇ, ਪਰ ਉਹਨਾਂ ਦੇ ਵਿੱਚ ਗਲਤ ਫਹਿਮੀਆਂ ਨੂੰ ਕੋਈ ਚੈੱਕ ਨਹੀਂ ਕਰ ਰਿਹਾ। ਹਾਂ, ਇਹਦੇ ਨਾਲ ਬਹੁਤ ਅਹਿਮ ਮਸਲੇ ਤੇ ਤੁਸੀਂ ਧਿਆਨ ਦਿਵਾਇਆ ਮੇਰਾ, ਤੇ ਸਾਡੇ ਸਰੋਤਿਆਂ ਦਾ ਵੀ ਦਵਾਇਆ। ਉਹਦੇ ਵਿੱਚ ਨਾ ਬਹੁਤ ਨਾ ਸਮਝਣ ਲਈ ਦੇਖਣਾ ਪਏਗਾ ਕਿ ਇਹਦੇ ਵਿੱਚ ਨਾ ਜਿਹੜਾ ਝੋਲਾ ਪਿਆ। ਪਹਿਲੀ ਗੱਲ ਤਾਂ ਜਿਹੜੀ ਉਹ ਦਲੀਲ ਦਿੰਦੇ ਨੇ ਦਲਿਤ ਭਾਈਚਾਰੇ ਦੇ ਲੋਕ, ਉਹ ਗਲਤ ਹੈ। ਉਹਦਾ ਕੋਈ ਸਾਇੰਟੀਫਿਕ ਆਧਾਰ ਨਹੀਂ। ਨੰਬਰ 1 ਮੈਂ ਕਹਿਣਾ ਚਾਹਾਂਗਾ ਕਿ ਵੈਕਸੀਨ ਸਾਨੂੰ ਸਾਰਿਆਂ ਨੂੰ ਲਵਾਉਣੀ ਚਾਹੀਦੀ ਹੈ। ਠੀਕ ਹੈ ਕਿ ਸੂਬਾ ਸਰਕਾਰ ਦੇ ਕੋਲ ਹਾਲੇ ਇੰਨੇ ਇੰਤਜ਼ਾਮਾਤ ਨਹੀਂ ਹੈਗੇ ਕਿ 18+ ਵਾਲੀ ਹਾਲੇ ਬਹੁਤ ਦਿੱਕਤਾਂ ਆ ਰਹੀਆਂ ਨੇ, ਤੇ ਲੇਕਿਨ ਇਹ ਲਵਾਉਣੀ ਚਾਹੀਦੀ ਆ। ਪਰ ਇਹਦੇ ਜਿਹੜੇ ਘਚੋਲੇ ਨੇ ਨਾ, ਉਹ ਘਚੋਲੇ ਕਿਵੇਂ ਪੈਂਦੇ ਨੇ? ਪਹਿਲੀ ਗੱਲ ਤਾਂ ਇਹ ਕਿ ਆਹ ਜਿਹੜੀ ਵੈਕਸੀਨ ਸਰਕਾਰ ਨੇ ਬਣਾਈ ਹੈ ਨਾ, ਉਹਨੂੰ ਲੈ ਕੇ ਖੁਦ ਡਾਕਟਰ ਭਾਈਚਾਰੇ ਦੇ ਵਿੱਚ ਹੀ ਬਹੁਤ ਚੀਜ਼ਾਂ ਸੀਗੀਆਂ ਕਿ ਦੇਖੋ ਜੀ ਇਹ ਵੈਕਸੀਨ ਪੂਰੇ ਆਪਣੇ ਟ੍ਰਾਇਲ ਦੇ ਵਿੱਚੋਂ ਨਹੀਂ ਲੰਘੀ ਹੈਗੀ, ਇਹ ਵੈਕਸੀਨ ਦੇ ਨਾਲ ਮੌਤਾਂ ਹੋਈਆਂ, ਕੁਝ ਮੌਤਾਂ ਹੋਈਆਂ ਵੀ ਹੈਗੀਆਂ ਨੇ, ਤੇ ਉਹਦੇ ਕਾਰਨ ਬਾਅਦ ਵਿੱਚ ਪਤਾ ਲੱਗੇ ਵੀ ਕਾਰਨ ਹੋਰ ਸੀਗੇ। ਲੇਕਿਨ ਇੱਕ ਸਵਾਲ ਤਾਂ ਖੜਾ ਹੁੰਦਾ ਨਾ ਵੀ ਜੋ ਤੁਸੀਂ ਜਾਂ ਤਾਂ ਫਿਰ ਇਹਨੂੰ ਤੁਸੀਂ ਕਾਊਂਟਰ ਕਰੋ ਵੀ ਭਾਈ ਕਾਊਂਟਰ ਵੀ ਜੱਜ ਨਾਲ ਨਹੀਂ ਤੁਸੀਂ ਕਰਦੇ ਹੈਗੇ। ਨੰਬਰ 2, ਇੱਕ ਨਾ ਖਾਸ ਡਾਕਟਰ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਜਿਹੜਾ ਕਿ ਉਹਨਾਂ ਦੀ ਇੱਕ ਵੱਖਰੀ ਆਈਡੀਓਲੋਜੀ ਵੀ ਹੈ। ਜਦੋਂ ਹੁਣ ਉਹਦੇ ਵਿੱਚ ਉਹਨਾਂ ਨੇ ਪੋਲੀਓ ਦੇ ਡ੍ਰੌਪਸ ਸੀਗੇ, ਉਹਨਾਂ ਦਾ ਵੀ ਵਿਰੋਧ ਕੀਤਾ ਉਹਨਾਂ ਨੇ। ਉਹਨਾਂ ਦੀ ਆਪਣੀ ਥਿਊਰੀ ਹੈ, ਉਹ ਥਿਊਰੀ ਹੈਗੀ ਆ। ਉਹਨਾਂ ਵਿੱਚੋਂ 1-2 ਚੰਡੀਗੜ੍ਹ ਦੇ ਵਿੱਚ ਵੀ ਡਾਕਟਰ ਹੈਗੇ ਨੇ, ਉਹ ਕੌਨਸਪੀਰੇਸੀ ਥਿਊਰੀ ਦੀ ਗੱਲ ਕਰਦੇ ਨੇ। ਉਹ ਕਹਿੰਦੇ ਵੀ ਇੱਕ ਨਾ ਸਟੇਟ ਕੀ ਕਰਦੀ ਹੈ, ਸਟੇਟ ਇਸ ਤਰ੍ਹਾਂ ਦੇ ਜਿਹੜੇ ਵਾਇਰਸ ਹੁੰਦੀ ਹੈ ਉਹਨੂੰ ਜਮ੍ਹਾਂ ਕਰ ਲੈਂਦੀ ਹੈ
ਤੇ ਫਿਰ ਜਮਾ ਕਰਕੇ ਉਹ ਆਪਣੇ ਹਿਸਾਬ ਨਾਲ ਮਤਲਬ ਲੋਕਾਂ ਨੂੰ ਮਾਰਨ ਲਈ ਛੱਡਦੀ ਆ ਤੇ ਫਿਰ ਉਹ ਟੀਕੇ ਵੀ ਲਾਉਂਦੀ ਆ। ਆ ਜਿਹੜਾ ਨਿਪੁੰਨਸ਼ਕਤਾ ਵਾਲਾ ਗੱਲ ਹੈ ਨਾ, ਇਹ ਇਕੱਲੇ ਦਲਿਤ ਭਾਈਚਾਰੇ ਚ ਨਹੀਂ, ਇਹ ਉਰੇ ਚੰਡੀਗੜ੍ਹ ਚ ਮੈਂ 1-2 ਡਾਕਟਰਾਂ ਨੂੰ ਮਿਲਦਾ ਵਾਂ, ਉਹਨਾਂ ਦੀ ਉਹ ਇੱਕ ਸਪੈਸ਼ਲ ਕਲਾਸ ਲਾਉਂਦੇ ਨੇ। ਤੇ ਉਹ ਤੁਹਾਡੇ ਮਾਲਵੇ ਏਰੀਏ ਵਿੱਚ ਵੀ ਕਾਫੀ, ਬਠਿੰਡੇ ਵਿੱਚ, ਮਾਨਸੇ ਚ, ਮੁਕਤਸਰ ਚ ਵੀ, ਇੱਥੇ ਯੂਨੀਅਨ ਦੇ ਲੋਕਾਂ ਨਾਲ ਹੋਰ ਆਮ ਲੋਕਾਂ ਨਾਲ ਮਿਲ ਕੇ ਉਹਨਾਂ ਨੇ ਆਪਣੀਆਂ ਕਾਨਫਰੰਸਾਂ ਕੀਤੀਆਂ ਜਿਹਦੇ ਵਿੱਚ ਪ੍ਰਵਚਨ ਨੂੰ ਉਘਾੜਨ ਦੀ ਕੋਸ਼ਿਸ਼ ਕਰਦੇ ਨੇ। ਸੋ ਦੇਖੋ ਜਿਹਦੇ ਵਿੱਚ ਕਿਹਾ ਜਾਂਦਾ ਕਿ ਜੀ ਆ ਵੈਕਸੀਨ ਨਾ ਲਵਾਓ ਜੀ, ਇਹਦੇ ਵਿੱਚ ਨਪੁੰਸਕ ਹੋ ਜਾਣਗੇ ਫਲਾਣਾ। ਹਾਲਾਂਕਿ ਇਹਦਾ ਕੋਈ ਸਾਡੇ ਕੋਲ ਹਾਲੇ ਤੱਕ, ਦੇਖੋ ਉਹ ਵੀ ਡਾਕਟਰ ਨੇ ਆਪਣੇ ਆਪ ਚ, ਉਹ ਵੀ ਵਿਗਿਆਨੀ ਆਪਣੇ ਆਪ ਨੂੰ ਕਹਿੰਦੇ, ਪਰ ਸਾਡੇ ਕੋਲ ਹੁਣ ਤੱਕ ਦੀਆਂ ਜਿਹੜੀਆਂ ਰਿਸਰਚ ਹੋਈਆਂ ਨੇ ਉਹਦਾ ਕੋਈ ਸਾਇੰਟੀਫਿਕ ਆਧਾਰ ਨਹੀਂ ਆਇਆ ਹੈਗਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ, ਮੇਰੇ ਮਦਰ ਕਈ ਬਿਮਾਰੀਆਂ ਤੋਂ ਪੀੜਤ ਹੈਗੇ ਨੇ, ਸ਼ੂਗਰ ਵੀ ਹੈਗੀ ਆ, ਹਾਰਟ ਵੀ ਹੈਗੀ ਆ। ਉਹਨਾਂ ਦੇ ਮੈਂ ਵੈਕਸੀਨ ਲਗਾਉਣੀ ਸੀਗੀ, ਮੈਂ ਖੁਦ ਜਦੋਂ ਡਾਕਟਰਾਂ ਤੋਂ ਸਲਾਹ ਲਈ ਵੀ ਮੈਂ ਕੀ ਕਰਾਂ, ਤਾਂ ਮੈਂ ਉਹ 50-50 ਰਾਏ ਆਈ। ਫਿਰ ਮੈਂ ਡਾਕਟਰ ਧਰਮਵੀਰ ਗਾਂਧੀ ਤੋਂ ਪੁੱਛਿਆ, ਮੈਂ ਕੋਈ ਇਹਦੇ ਬਾਰੇ ਲੇਟੈਸਟ ਕੋਈ ਤੁਹਾਡੇ ਕੋਲ ਰਿਸਰਚ ਹੈਗੀ? ਫਿਰ ਉਹਨਾਂ ਨੇ ਮੈਨੂੰ ਅੰਗਰੇਜ਼ੀ ਦੇ ਵਿੱਚ ਬਹੁਤ ਵੱਡਾ ਆਰਟੀਕਲ ਪੜ੍ਹਨ ਨੂੰ ਦਿੱਤਾ ਵੀ ਉਹ ਅਮਰੀਕਾ ਦੇ ਇੱਕ ਇੰਸਟੀਚਿਊਟ ਦੀ ਰਿਸਰਚ ਸੀ। ਫਿਰ ਮੈਂ ਉਹ ਰਿਸਰਚ ਪੜ੍ਹ ਕੇ ਫਿਰ ਮੈਂ ਕਿਹਾ ਵੀ ਠੀਕ ਹੈ, ਹੁਣ ਮੈਂ ਆਪਣੀ ਮਦਰ ਨੂੰ ਜਿਹੜਾ ਹੈਗਾ ਉਹ ਵੈਕਸੀਨ ਲਗਾਵਾਂਗਾ। ਸੋ ਕਹਿਣ ਦਾ ਮਤਲਬ ਇਹ ਚੀਜ਼ਾਂ ਸਾਡੇ ਵਰਗੇ ਬੰਦਿਆਂ ਕੋਲ ਵੀ ਆਉਂਦੀਆਂ ਹੈਗੀਆਂ ਨੇ, ਪਰ ਇਹਦਾ ਜਿਹੜਾ ਪ੍ਰਚਾਰ ਦਾ ਇਹੀ ਚੱਕਰ ਆ ਕਿ ਇਹ ਜਿਹੜਾ ਘਚੋਲਾ ਨਾ ਅਸੀਂ ਜਿਹੜੇ ਪੜ੍ਹੇ ਲਿਖੇ ਕਹਿੰਦੇ ਉਹਨਾਂ ਨੇ ਵੀ ਪਾਇਆ ਹੋਇਆ ਹੈਗਾ, ਤੇ ਸਰਕਾਰ ਨੂੰ ਚਾਹੀਦਾ ਤਾਂ ਜਵਾਬ ਦੇਣਾ। ਬਿਲਕੁਲ, ਪਰ ਉਹ ਜਾਣ ਕੇ ਨਹੀਂ ਨਾ ਦਿੰਦੀ। ਉਹ ਕਹਿੰਦੀ ਵੀ ਜੇ ਕਿਤੇ ਵੱਧ ਲੋਕਾਂ 'ਚ ਕਰਤਾ ਤੇ ਲੋਕਾਂ ਦੀਆਂ ਤਾਂ ਲਾਈਨਾਂ ਲੱਗ ਜਾਣਗੀਆਂ ਤੇ ਫਿਰ ਅਸੀਂ ਆਹ ਕਿੱਥੋਂ ਪੂਰੇ ਕਰਾਂਗੇ ਟੀਕੇ। ਬਿਲਕੁਲ ਹੈ ਜੀ। ਤੇ ਪ੍ਰਸ਼ਾਂਤ ਦੇ ਫੈਸਲੇ ਤੇ ਕੀ ਗੱਲ ਕਹੋਗੇ ਜੀ, ਜਿਹੜਾ ਉਹ ਕਹਿੰਦਾ ਮੈਂ ਸੰਨਿਆਸ ਲੈ ਲੈਣਾ? ਇਸ ਤੋਂ ਪਹਿਲਾਂ ਯੂਪੀ ਦੀਆਂ ਪੰਚਾਇਤਾਂ ਦੀ ਗੱਲ ਕਰ ਲਈਏ, ਚੋਣਾਂ ਦੀ। ਉੱਥੇ ਵੀ ਕਰੋਨਾ ਦੀ ਸਥਿਤੀ ਮਾੜੀ ਹੈ ਤੇ ਉਹਨਾਂ ਦੀਆਂ ਪੰਚਾਇਤੀ ਚੋਣਾਂ ਕੀ ਬੋਲਦੀਆਂ ਨੇ? ਯੂਪੀ ਦੇ ਜਿਹੜੇ ਮੋਟੇ ਜਿਹੇ ਰੁਝਾਨ ਆਉਣ ਲੱਗੇ ਨੇ, ਹਾਲ ਦੀ ਘੜੀ ਬੀਜੇਪੀ ਢਹਿ ਰਹੀ ਹੈ ਉੱਥੇ। ਅੱਗੇ ਨਹੀਂ ਸਕਦੇ ਵੀ ਕਿੰਨੀ ਢਹਿੰਦੀ ਹੈ ਜਾਂ ਕਿੰਨੀ ਚੜ੍ਹਦੀ ਕਲਾ ਹੁੰਦੀ ਹੈ, ਲੇਕਿਨ ਹਾਲ ਦੀ ਘੜੀ ਰੁਝਾਨ ਮਾੜੇ ਨੇ। ਪਰ ਉੱਥੇ ਜੋ ਖਬਰਾਂ ਕੀ ਆ ਰਹੀਆਂ, ਅਧਿਆਪਕਾਂ ਦੀ ਡਿਊਟੀ ਲਾਤੀ, ਜਿਵੇਂ ਆਪਣੇ ਵੀ ਲੱਗਦੀ ਹੈ, ਅਧਿਆਪਕਾਂ ਦੀ ਡਿਊਟੀ ਵਿੱਚ 706 ਅਧਿਆਪਕਾਂ ਦੀ ਮੌਤ ਕਰੋਨਾ ਨਾਲ ਹੋ ਗਈ। ਤੇ ਅਧਿਆਪਕਾਂ ਨੇ ਕਹਿ ਦਿੱਤਾ ਕਿ ਭਾਈ ਅਸੀਂ ਫਿਰ ਆਪਣੀ ਡਿਊਟੀ ਨਹੀਂ ਨਿਭਾਉਣੀ ਜੇ ਸਾਨੂੰ ਤੁਸੀਂ ਸਾਜੋ ਸਮਾਨ ਨਹੀਂ ਦਿੰਦੇ ਹੈਗੇ। ਹੁਣ ਉਹ ਮਸਲੇ ਨੂੰ ਮੁੱਖ ਮੰਤਰੀ ਨੇ ਕਿਵੇਂ ਨਜਿੱਠਿਆ, ਕਿਵੇਂ ਨਹੀਂ, ਤੁਹਾਨੂੰ ਪਤਾ ਹੀ ਹੈ ਵੀ ਯੋਗੀ ਕਿਵੇਂ ਨਜਿੱਠੂਗਾ ਜਾਂ ਕਿਵੇਂ ਨਜਿੱਠਦਾ ਹੁੰਦਾ ਹੈ। ਤੇ ਉਹ ਮੁੱਦਾ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈਗਾ। ਤੇ ਇਹਦਾ ਮਤਲਬ ਇਹ ਹੈਗਾ ਕਿ ਚਾਹੇ ਅਧਿਆਪਕ ਹੋਣ, ਚਾਹੇ ਕੋਈ ਮਰਦਾ ਹੋਇਆ ਬੰਦਾ ਹੋਵੇ, ਕਿਉਂਕਿ ਯੂਪੀ ਸਰਕਾਰ ਨੇ 3 ਦਿਨ ਪਹਿਲਾਂ ਇਹ ਕਹਿ ਦਿੱਤਾ ਕਿ ਜੇਕਰ ਕੋਈ ਬੰਦਾ ਆਪਣੇ ਘਰੇ ਆਕਸੀਜਨ ਦਾ ਇੰਤਜ਼ਾਮ ਕਰਕੇ, ਮਤਲਬ ਮਰੀਜ਼ ਤੁਹਾਡੇ ਘਰ ਦੇ ਵਿੱਚ ਆ, ਇੰਤਜ਼ਾਮ ਕਰਕੇ ਉਹਨੂੰ ਆਕਸੀਜਨ ਦਿੰਦਾ, ਉਹ ਵੀ ਅਪਰਾਧ ਹੈ। ਮਤਲਬ ਹਸਪੀਟਲ ਦੇ ਵਿੱਚ ਤੁਸੀਂ ਆਕਸੀਜਨ ਦੇ ਨਹੀਂ ਸਕਦੇ ਹੈਗੇ ਤੇ ਆਪਦੇ ਘਰੇ ਬੰਦਾ ਇੰਤਜ਼ਾਮ ਕਰੇ, ਉਹ ਵੀ ਅਪਰਾਧ ਹੈ। 100 ਕਹਿਣ ਦਾ ਮਤਲਬ ਯੂਪੀ ਦੀ ਹਾਲਤ ਇਹ ਬਣੀ ਹੋਈ ਹੈ। ਬਿਲਕੁਲ। ਹੁਣ ਮੈਂ ਆਪਾਂ ਕਾਲ ਲੈ ਲਈਏ, ਫਿਰ ਅੱਗੇ ਪੰਜਾਬ ਦੇ ਹਾਲਾਤ ਵੀ ਬੜੇ ਮਾੜੇ ਨੇ, ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, 92-164 ਤੇ ਆਉਣੇ ਰਹੋ। ਹਾਂਜੀ, ਧੰਨਵਾਦ ਸਾਹਿਬ ਤੇ ਸ਼ਿਵਿੰਦਰ ਸਿੰਘ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ। ਅਰਜ਼ ਇਹ ਹੈ ਕਿ ਹਿੰਦੂ ਜਿਹੜਾ ਹੈ, ਹਿੰਦੂ ਬੜਾ ਦਇਆਵਾਨ ਔਰ ਹਿੰਦੂ ਬੜਾ ਸੋਚ ਵਾਲਾ ਹੁੰਦਾ ਹੈ। ਇਹ RSS ਵਾਲੇ ਤੇ BJP ਵਾਲੇ ਤਾਂ ਸਾਰੀ ਲੁਕਾਈ ਦੇ ਦੁਸ਼ਮਣ ਬਣੇ ਹੈ। ਇਹਨਾਂ ਨੂੰ ਤਾਂ ਹਿੰਦੂ ਕਹਿਣਾ, ਹਿੰਦੂ ਲਫ਼ਜ਼ ਵੀ ਸਮਝੋ ਵੀ ਨਿਰਾਦਰ ਕਰਨ ਵਾਲੀ ਗੱਲ ਹੈ। ਇਹ ਤਾਂ ਇਹਨਾਂ ਨੂੰ 37% ਵੋਟਾਂ ਮਿਲਦੀਆਂ ਹੈ। ਜੇ ਸਾਰੇ ਇਕੱਠੇ ਹੋ ਜਾਣ, ਅਕਲ ਵਰਤਣ ਆਪਦੀ, ਤਾਂ ਮੋਦੀ ਜਿੱਤ ਹੀ ਨਹੀਂ ਸਕਦਾ। ਇਹਨਾਂ ਵਾਸਤੇ ਐਡਾ ਕੋਆ ਪੱਟਦੇ ਮੁੜ ਕੇ ਉਗੜਿਆ ਹੀ ਨਹੀਂ ਹੈ। ਬਸ ਇੱਥੇ ਗੱਲ ਕਰ ਜੀ ਸ਼ਿਵਿੰਦਰ ਜੀ। ਹਾਂ, ਇੱਥੇ ਨਾ ਇੱਕ ਚੀਜ਼ ਉਹਨਾਂ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ ਨੇ, ਪਹਿਲੀ ਗੱਲ ਤੇ। ਦੂਜੀ ਗੱਲ ਨਾ, ਜਦੋਂ ਆਪਾਂ ਹਿੰਦੂਤਵ ਦੀ ਗੱਲ ਕਰਦੇ ਹਾਂ, ਉਹਦਾ ਮਤਲਬ ਇੱਕ ਹਿੰਦੂ ਧਰਮ ਨਹੀਂ ਹੈਗਾ। ਮੈਂ ਆਪਣੇ ਸਰੋਤਿਆਂ ਨੂੰ ਥੋੜਾ ਕਲੀਅਰ ਕਰਦਾ ਇਹ ਗੱਲ, ਜੇ ਥੋੜਾ ਭੁਲੇਖਾ ਲੱਗੇ। ਹਿੰਦੂਵਾਦ ਵੀ ਨਹੀਂ ਹੈਗਾ। ਹਿੰਦੂਵਾਦ ਤੇ ਹਿੰਦੂਤਵ ਦੇ ਵਿੱਚ ਵੀ ਫਰਕ ਹੈਗਾ। ਇਹ ਤਾਂ ਹਿੰਦੂਇਜ਼ਮ ਤੇ ਹਿੰਦੂਤਵ ਹੈ, ਇਹਨਾਂ ਦੋਹਾਂ ਦੇ ਵਿੱਚ ਫਰਕ ਹੈਗਾ। ਉਹਦੇ ਬਾਰੇ ਖਾਸ ਕਰਕੇ ਫਰਕ ਵੀ ਇਹਨਾਂ ਨੇ ਆਪ ਹੀ ਪਾਇਆ ਹੋਇਆ। ਇਹਨੂੰ ਇਹਨਾਂ ਦੇ ਵਿਨਾਇਕ ਦਮੋਦਰ ਸਾਵਰਕਰ ਨੇ ਪੂਰੀ ਹਿੰਦੂਤਵ ਦੇ ਉੱਤੇ ਕਿਤਾਬ ਲਿਖੀ ਹੋਈ ਹੈ, ਉਹ ਫਰਕ ਕਰਦਾ ਉਹਦੇ ਵਿੱਚ। ਇਸ ਕਰਕੇ ਹਿੰਦੂਤਵ ਦੀ ਜਦੋਂ ਆਪਾਂ ਗੱਲ ਕਰਦੇ, ਹਿੰਦੂ ਧਰਮ ਦੀ ਗੱਲ ਨਹੀਂ ਕਰਦੇ ਹੈਗੇ, ਨੰਬਰ 1। ਨੰਬਰ 2, ਬਿਲਕੁਲ ਇਹਨਾਂ ਦੀ ਗੱਲ ਸਹੀ ਆ ਕਿ ਹਿੰਦੂ ਧਰਮ ਦੇ ਵਿੱਚ ਬਹੁਤ ਸਾਰੀ ਜਿਹੜੀ ਹੈਗੀ ਹੈ ਲਚਕੀਲਾਪਨ ਹੈਗਾ, ਲੇਕਿਨ RSS ਦੇ ਕੋਲ ਲਚਕੀਲਾਪਨ ਨਹੀਂ ਹੈਗਾ। ਇਹਦਾ ਮਤਲਬ ਇਹਨਾਂ ਦੇ ਦਸਤਾਵੇਜ਼ ਪੜ੍ਹੋ ਤਾਂ ਉਹ ਤਾਂ ਸਿੱਧਾ ਕਹਿੰਦੇ ਨੇ ਕਿ ਜਿੰਨਾ ਚਿਰ ਤੁਸੀਂ ਦੁਸ਼ਮਣ ਨੂੰ ਮਾਰ ਨਹੀਂ ਦਿੰਦੇ, ਉਹਨਾਂ ਦੀਆਂ ਔਰਤਾਂ ਦਾ ਰੇਪ ਨਹੀਂ ਕਰ ਦਿੰਦੇ ਹੈਗੇ। ਤੁਸੀਂ ਇਹਨਾਂ ਦੇ ਆਨੰਦ ਮੱਠ ਪੜ੍ਹ ਲਓ,
ਆਨੰਦ ਮੱਠ ਸਾਰਾ ਹੀ ਇਸੇ ਚੀਜ਼ ਉੱਤੇ ਬਣਿਆ ਹੋਇਆ, ਜਿਹਦੇ ਵਿੱਚੋਂ ਜਿਹੜੇ ਅੱਜ ਜਿਹੜੀ ਇਹਨੇ ਦਾੜੀ ਬਣਾਈ ਸੀ ਮੋਦੀ ਨੇ, ਉਹਦੇ ਕਹਿੰਦੇ ਮੈਂ ਉਸੇ ਤੇ ਗੱਲ ਕਰਨਾ ਚਾਹੁੰਦਾ ਸੀ। ਲੋਕ ਇਹ ਗੱਲ ਕਹਿੰਦੇ ਕਿ ਮੋਦੀ ਟੈਗੋਰ ਦੀ ਦਾੜੀ ਟੈਗੋਰ ਵਰਗਾ ਬਣ ਕੇ ਉੱਥੇ ਇਲੈਕਸ਼ਨ ਜਿੱਤਣਾ ਚਾਹੁੰਦਾ ਸੀ, ਪਰ ਇਹਦੀ ਅਸਲੀਅਤ ਕੀ ਸੀਗੀ? ਤੁਸੀਂ ਪਹਿਲਾਂ ਵੀ ਇੱਕ ਵਾਰੀ ਚਰਚਾ ਕੀਤੀ ਸੀ। ਟੈਗੋਰ ਨਹੀਂ ਸੀਗਾ, ਆਨੰਦ ਮੱਠ ਨਾਵਲ ਹੈ ਜਿਹੜਾ ਕਿ ਬੰਕਮ ਚੰਦਰ ਚੈਟਰਜੀ ਦਾ ਲਿਖਿਆ ਹੋਇਆ। ਇਹ ਨਾਵਲ ਪੂਰੀ ਤਰ੍ਹਾਂ ਹਿੰਦੂਤਵ ਦੀ ਬੁਨਿਆਦ ਹੈਗੀ ਆ, ਤਾਂ ਹੀ ਇਹ ਬਾਰ-ਬਾਰ ਬੰਦੇ ਮਾਤਰਮ ਕਰਦੇ ਆ, ਤੇ ਉਹ ਬੰਦੇ ਮਾਤਰਮ ਉਹਦਾ ਇੱਕ ਹਿੱਸਾ ਹੈਗਾ। ਹਾਲਾਂਕਿ ਉਹ ਸਾਡਾ ਰਾਸ਼ਟਰੀ ਗਾਨ ਵੀ ਬਣਿਆ ਹੋਇਆ ਹੈਗਾ ਬੰਦੇ ਮਾਤਰਮ, ਪਰ ਉਹਦਾ ਸੰਬੰਧ ਹੋ ਰਿਹਾ। ਉਹਦਾ ਇੱਕ ਕਿਉਂਕਿ ਜਦੋਂ ਬੰਗਾਲ ਦੇ ਵਿੱਚ ਇੱਕ ਐਜੀਟੇਸ਼ਨ ਚੱਲੀ ਸੀਗੀ, ਉਦੋਂ ਉਹ ਥੋੜਾ ਜੁੜ ਕੇ ਮਸ਼ਹੂਰ ਹੋ ਗਿਆ ਸੀ ਗੀਤ। ਪਰ ਪੂਰਾ ਜਦੋਂ ਤੁਸੀਂ ਨਾਵਲ ਪੜ੍ਹਦੇ ਹੋ ਨਾ, ਉਹ ਹਿੰਦੂਤਵ ਦੀ ਬੁਨਿਆਦ ਆ, ਜਿਹੜੀ ਮੈਂ ਤੁਹਾਨੂੰ ਦੱਸ ਦਿੰਦਾ, ਉਹਦੇ ਵਿੱਚ ਇੱਕ ਸੰਨਿਆਸੀ ਦਾ ਕਰੈਕਟਰ ਹੈਗਾ, ਮੇਨ ਕਰੈਕਟਰ ਸਾਦਾ ਦਾ ਸੰਨਿਆਸੀ ਦਾ। ਉਹ ਸੰਨਿਆਸੀ ਦਾ ਜਿਹੜਾ ਕਰੈਕਟਰ ਮੋਦੀ ਨੇ ਧਾਰਿਆ ਸੀਗਾ ਇਹ ਬੰਗਾਲ ਦੇ ਵਿੱਚ, ਉਹ ਸੰਨਿਆਸੀ ਦਾ ਕਰੈਕਟਰ ਇਦਾਂ ਦਾ ਹੀ ਹੈਗਾ ਨਾਵਲ ਦੇ ਵਿੱਚ, ਜਿਸ ਤਰ੍ਹਾਂ ਦਾ ਮੋਦੀ ਨੇ ਬਣਾਇਆ। ਉਹ ਮਤਲਬ ਉਹ ਟੈਗੋਰ ਨਹੀਂ ਬਣਿਆ, ਕਿਉਂਕਿ ਟੈਗੋਰ ਨੂੰ ਤਾਂ ਆਰਐਸਐਸ ਵਾਲੇ ਨਫ਼ਰਤ ਕਰਦੇ ਆ। ਟੈਗੋਰ ਵਿਰੁੱਧ ਤਾਂ ਕਿੰਨਾ ਪ੍ਰਚਾਰ ਕਰਦੇ ਰਹੇ ਨੇ, ਇੱਥੋਂ ਤੱਕ ਪ੍ਰਚਾਰ ਕੀਤਾ ਜਿਹੜਾ ਕਿ ਆਪਣੇ ਸਿੱਖਾਂ 'ਚ ਵੀ ਚੱਲਦਾ ਵੀ ਜਿਹੜਾ ਜੀ ਟੈਗੋਰ ਨੇ ਜਨ ਗਣ ਮਨ ਲਿਖਿਆ, ਇਹ ਤਾਂ ਅੰਗਰੇਜ਼ਾਂ ਦੀ ਸ਼ਾਨ ਦੇ ਵਿੱਚ ਲਿਖਿਆ। ਬਿਲਕੁਲ ਗਲਤ ਹੈ, ਕਿਉਂਕਿ ਇਹਨੂੰ 2014 ਦੇ ਵਿੱਚ BBC ਨੇ ਆਪਣਾ ਜਿਹੜਾ ਆਰਟੀਕਲ ਲਿਖ ਕੇ ਇਹਨੂੰ ਸਹੀ ਕੀਤਾ ਸੀ, ਕਿਉਂਕਿ ਬੀਜੇਪੀ ਜਦੋਂ ਆਈ 14 ਵਿੱਚ ਹੀ ਉਹਨੇ ਡਿਬੇਟ ਸ਼ੁਰੂ ਕਰ ਦਿੱਤੀ ਕਿ ਟੈਗੋਰ ਤਾਂ ਬਹੁਤ ਗੰਦਾ, ਟੈਗੋਰ ਨੇ ਤਾਂ ਜੀ ਅੰਗਰੇਜ਼ਾਂ ਦੀ ਸ਼ਾਨ 'ਚ ਕੀਤਾ। ਉਦੋਂ ਹੀ BBC ਨੇ ਇੱਕ ਆਰਟੀਕਲ ਲਿਖਿਆ ਸੀ, ਉਹ ਸ਼ਾਇਦ ਸਰਚ ਮਾਰ ਕੇ ਦੇਖ ਲਓ, ਮਿਲ ਜੂਗਾ ਤੁਹਾਨੂੰ, ਕਿ ਇਹ ਗੱਲ ਗਲਤ ਆ। ਇਹ ਆਪਣੇ ਵੀ ਚੱਲਦਾ ਹੈਗਾ, ਕਿਉਂਕਿ ਟੈਗੋਰ ਨੂੰ ਤਾਂ ਇਹ ਭਾਉਂਦੇ ਹੀ ਨਹੀਂ ਨਾ, ਕਿਉਂਕਿ ਟੈਗੋਰ ਆ ਜਿਹੜਾ, ਟੈਗੋਰ ਦੀ ਜਿੰਨੀ ਮਾਨਤਾ ਹੋ ਰਹੀ ਆ ਉਨੀ ਬੰਗਲਾਦੇਸ਼ ਵਿੱਚ ਵੀ ਹੈ, ਕਿਉਂਕਿ ਉਹ ਤਾਂ ਪੂਰੀ ਆਪਣੀ ਜਿਹੜੀ ਹੈਗੀ ਆ ਮਹਾਕਵੀ ਸੀਗਾ। ਇਹਨਾਂ ਨੂੰ ਜਿਹੜਾ ਮੋਦੀ ਨੇ ਰੂਪ ਧਾਰਨ ਕੀਤਾ ਸੰਨਿਆਸੀ ਦਾ, ਜਿਹੜਾ ਕਿ ਹਿੰਦੂਤਵ ਦਾ ਆਈਕਨ ਹੈ। ਤੇ ਇੱਕ ਆਨੰਦ ਮੱਠ ਨਾਵਲ ਦੇ ਵਿੱਚ, ਆਨੰਦ ਮੱਠ ਨਾਵਲ ਦੀ ਥੋੜੀ ਜਿਹੀ ਬੁਨਿਆਦ ਦੱਸ ਦਿੰਦਾ ਕਿ ਬਹੁਤ ਸਾਰੇ ਸੰਨਿਆਸੀ ਇਕੱਠੇ ਹੋ ਕੇ ਮੁਸਲਮਾਨਾਂ ਦੇ ਘਰਾਂ ਨੂੰ ਅੱਗ ਲਾਉਂਦੇ ਨੇ, ਉਹਨਾਂ ਨੂੰ ਮਾਰਦੇ ਨੇ, ਰੇਪ ਕਰਦੇ ਨੇ। ਫਿਰ ਨਾਵਲ ਵਿੱਚ ਆਉਂਦਾ ਕਿ ਚਲੋ ਹੁਣ ਆਪਾਂ ਮੁਸਲਮਾਨਾਂ ਦੇ ਘਰਾਂ ਨੂੰ ਅੱਗ ਲਾਤੀ, ਚਲੋ ਹੁਣ ਅੰਗਰੇਜ਼ਾਂ ਉੱਤੇ ਹਮਲਾ ਕਰਨ ਚੱਲੀ ਹੈ। ਅੰਗਰੇਜ਼ਾਂ ਨੂੰ ਤਾਂ ਉੱਤੋਂ ਆਕਾਸ਼ ਦੇ ਵਿੱਚੋਂ ਆਵਾਜ਼ ਆਉਂਦੀ ਹੈ ਕਿ ਨਹੀਂ ਭਾਈ, ਆਪਾਂ ਅੰਗਰੇਜ਼ਾਂ ਨਾਲ ਨਹੀਂ ਲੜਨਾ, ਅੰਗਰੇਜ਼ਾਂ ਨਾਲ ਮਿਲ ਕੇ ਚੱਲਣਾ, ਕਿਉਂਕਿ ਅੰਗਰੇਜ਼ ਉਹ ਕੌਮ ਆ ਜਿਹਨੂੰ ਰਾਜ ਕਰਨਾ ਆਉਂਦਾ ਹੈਗਾ। ਆਪਾਂ ਅੰਗਰੇਜ਼ਾਂ ਨਾਲ ਲੜ ਕੇ ਆਪਣੀ ਸ਼ਕਤੀ ਜਾਇਆ ਨਹੀਂ ਕਰਨੀ, ਆਪਾਂ ਆਪਣੇ ਹਿੰਦੂਤਵ ਨੂੰ ਵਧਾਉਣਾ, ਹਿੰਦੂਤਵ ਨੂੰ ਅੰਗਰੇਜ਼ਾਂ ਨਾਲ ਮਿਲ ਕੇ ਵਧਾਉਣਾ। ਸੋ ਅੰਗਰੇਜ਼ ਭਗਤੀ ਦੀ, ਅੰਗਰੇਜ਼ ਚਾਟੂਕਾਰੀ ਦੀ ਸਭ ਤੋਂ ਵੱਡੀ ਮਿਸਾਲ ਜਿਹੜਾ ਇਹ ਨਾਵਲ ਆਨੰਦ ਮੱਠ, ਜਿਹਨੂੰ ਇੱਕ ਬਹੁਤ ਜ਼ਿਆਦਾ ਜਿਹੜਾ ਪ੍ਰੇਜ਼ ਕਰਦੇ ਨੇ ਲੋਕ। ਜੀ। ਤੇ ਪ੍ਰਸ਼ਾਂਤ ਕਿਸ਼ੋਰ ਦਾ ਫੈਸਲਾ, ਕੈਪਟਨ ਸਾਹਿਬ ਨੇ ਤਾਂ ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ ਸੀ। ਪ੍ਰਸ਼ਾਂਤ ਕਿਸ਼ੋਰ ਦਾ ਨਾ ਮਸਲਾ ਤਾਂ ਨਹੀਂ ਸਮਝ ਆ ਰਿਹਾ, ਕਿਉਂਕਿ ਬੰਦਾ ਕਹਿ ਰਿਹਾ ਸੀਗਾ ਕਿ ਜੇ ਬੀਜੇਪੀ 100 ਤੋਂ ਉੱਤੇ ਲੈ ਗਈ ਤਾਂ ਮੈਂ ਸੰਨਿਆਸ ਲੈ ਲੂੰਗਾ। ਬੀਜੇਪੀ ਤਾਂ ਸੱਚੀ ਮੁੱਚੀ ਉਹਦੇ ਕਹਿਣ ਦੇ ਮੁਤਾਬਕ 100 ਤੋਂ ਥੱਲੇ ਰਹਿ ਗਈ, 75 ਤੇ ਰਹਿ ਗਈ ਹੈ। ਤੇ ਫਿਰ ਤਾਂ ਉਹ 2 ਕੇਕ ਕੱਟਣੇ ਚਾਹੀਦੇ ਸੀਗੇ। ਇੱਕ ਕੇਕ ਉਹਦੀ ਜਿਹੜੀ ਹੈਗੀ ਹੈ ਮਮਤਾ ਦੇ ਜਿੱਤਣ ਦਾ ਕੇਕ ਹੋ ਗਿਆ, ਦੂਜਾ ਉਹਦੇ ਜਿਹੜਾ ਦਾਅਵਾ ਕੀਤਾ ਸੀਗਾ ਉਹਦਾ, ਪਰ ਉਹ ਫਿਰ ਵੀ ਛੱਡ ਗਿਆ। ਤਾਂ ਉਹ ਛੱਡਣ ਦਾ ਹੁਣ ਆਉਂਦੇ ਦਿਨਾਂ 'ਚ ਪਤਾ ਲੱਗੂਗਾ ਵੀ ਹੋਰ ਕੀ ਕਾਰਨ ਹੋ ਸਕਦੇ ਨੇ, ਕਿਉਂਕਿ ਉਹਨੇ ਛੱਡਿਆ ਵੀ ਇਹੀ ਹੈ ਕਿ ਮੈਂ ਜਿਹੜਾ ਰਾਜਨੀਤਿਕ ਤੌਰ ਤੇ ਜਿਹੜੀ ਕਰਦਾ ਹੁੰਦਾ, ਭੂਮਿਕਾ ਨਿਭਾਉਣਾ ਹੁੰਦਾ, ਉਹ ਨਹੀਂ ਨਿਭਾਊਗਾ। ਕੀ ਉਹਨੇ ਜਨਤਾ ਦਲ ਯੂਨਾਈਟਿਡ ਦੇ ਵਿੱਚ ਰਹਿ ਕੇ ਕੋਈ ਭੂਮਿਕਾ ਨਿਭਾਉਣੀ ਆ, ਜਾਂ ਉਸ ਤੋਂ ਬਿਨਾਂ ਕੋਈ ਹੋਰ ਕੋਈ ਵੱਡੀ ਚੀਜ਼ ਦੇਖਦਾ ਆਪਣੇ ਆਪ ਦੇ ਵਿੱਚ? ਇਹ ਤਾਂ ਹੁਣ ਜਾਂ ਫਿਰ ਉਹਨੇ ਜਮਾਂ ਹੀ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਵੀ ਆ ਜਿਹੜੀ ਕਹਿੰਦੀ ਭੂਮਿਕਾ ਤੋਂ ਨਹੀਂ ਲਿਆ, ਵੀ ਜਿਹੜਾ ਉਹ ਵਿਚੋਲਗੀ ਵਾਲੀ ਕਰਦਾ ਹੁੰਦਾ ਵੀ ਜਮਾਂ ਹੀ ਲੈ ਲਿਆ। ਇਹ ਹੁਣ ਆਉਂਦੇ ਸਮੇਂ 'ਚ ਪਤਾ ਲੱਗ ਜਾਏਗਾ। ਜੀ। ਸੋ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ ਜੀ, ਸ਼ੁਕਰੀਆ। ਸੋ ਇਹ ਸਨ ਸ਼ਿਵਿੰਦਰ ਜੀ। ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ, ਜੁੜੇ ਰਹੋ ਰੇਡੀਓ ਪੰਜਾਬ ਟੂਡੇ ਨਾਲ, ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ ਨਾਲ, ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਨਾਲ। ਆਪਣੇ ਪੂਰੇ ਕਰਨੇ ਆ ਤਾਂ ਡ੍ਰੀਮ